ਜੇ ਇਸ ਵਾਰ ਨਾ ਵਧਿਆ ਨਾ, ਐਤਕੀ ਬਿਲਡਿੰਗ ਬਾਅਦ 'ਚ ਨਹੀਂ ਜਾਣਾ ਕੰਮ, ਕਿਉਂਕਿ ਲੋਕਾਂ ਨੂੰ ਆਲਰੇਡੀ ਰਿਐਲਿਟੀ ਪਤਾ ਲੱਗਣ ਲੱਗ ਗਈ। ਲੋਕਾਂ ਦੀ ਇਸ ਟਾਈਮ ਜਿਹੜਾ ਜੇ ਸਹੀ ਦੇਖੀਏ ਤਾਂ ਪੰਜਾਬੀ ਜਿਵੇਂ ਕਹਿੰਦੇ ਕਚੂਮਰ ਨਿਕਲਿਆ ਪਿਆ ਲੋਕ। ਸੋ ਇਸ ਵਾਰ ਉਹ ਗੱਲ ਨਹੀਂ ਹੋਣੀ, ਕਿਉਂਕਿ ਇਸ ਟਾਈਮ ਹੱਥ ਬਹੁਤ ਟਾਈਟ ਹੈ। ਔਰ ਬਾਕੀ ਗੱਲ ਇਹ ਨਹੀਂ ਸ਼ਮੀਲ ਜੀ ਕਿ ਇਕੱਲੀ ਇੱਕ ਜਿਹੜੀ ਤੁਸੀਂ ਕਹੀਏ ਕਿ ਪੇਮੈਂਟ ਵਧੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਈਆਂ ਦੀ 60% ਪੇਮੈਂਟ ਵੱਧ ਗਈ, ਕਿਉਂਕਿ ਜਿਹਨਾਂ ਦੀ ਫਿਕਸ ਸੀ 0.95 ਤੇ ਲਈ ਵੀ ਸੀ ਇਹਨਾਂ ਨੇ, ਤਾਂ ਉਹਨਾਂ ਦੀ ਅੱਜ ਸਡਨਲੀ 6% 7% ਹੋ ਗਈ। ਮੈਂ ਕਾਰ ਵੇਚਣ ਵਾਸਤੇ ਇਹੀ ਕਰਕੇ ਕਿਹਾ, ਇਸ ਕਰਕੇ ਨਹੀਂ ਕਿ ਫ੍ਰੀ ਕਾਰ ਵੇਚ ਦਿਓ, ਜੇ ਤੁਹਾਡੇ ਕੋਲ ਖੜੀ ਹੈ ਕਾਰ ਉਹ ਵੇਚ ਦਿਓ। ਜਿਹੜੀ ਕਾਰ ਦੇ ਉੱਤੇ ਲੋਨ ਹੈ ਤੁਹਾਡੇ ਕੋਲ ਨਹੀਂ ਲੋੜ ਤੁਹਾਨੂੰ ਇਸ ਟਾਈਮ ਮੈਂ ਇੱਕ ਕੰਪਨੀ 'ਚ ਆਪਾਂ ਨਾਂ ਹੀ ਲੈਂਦੇ, ਉਹਨਾਂ ਨੇ ਟਰੱਕ ਸੀਗੇ ਉਹਨਾਂ ਕੋਲੇ, ਤਾਂ ਕਿਸੇ ਟਾਈਮ ਉਹ 12 ਪਿਛਲੇ ਸਾਲ ਦਸੰਬਰ ਦੇ ਵਿੱਚ ਮੈਂ ਉਹਨਾਂ ਨੂੰ ਫੋਨ ਕੀਤਾ, ਉਹ ਕਹਿੰਦੇ 1200 ਮਹੀਨੇ ਤੇ ਸੀ, ਜੇ ਲੈਣਾ ਲੀਜ਼ ਤੇ ਦੇਵਾਂਗੇ। ਹੁਣ ਉਹ 600 ਨੂੰ ਆ ਗਏ ਜੀ, ਕਿਉਂਕਿ ਉਹ ਕਹਿੰਦਾ ਇੰਨੇ ਕੈਂਸਲ ਹੋ ਗਏ, ਸਾਡਾ ਯਾਰਡ ਭਰਿਆ ਖੜਾ ਹੈ, ਲਾਟ ਸਾਡਾ ਭਰਿਆ ਖੜਾ ਹੈ। ਅਤੇ ਹੁਣ ਅਸੀਂ ਸਾਡਾ ਜਿਹੜਾ ਅਗਲਾ ਟੌਪਿਕ ਹੈ ਗੱਲਬਾਤ ਕਰਨੀ ਕਿ ਜਿਹੜਾ ਅੱਜ ਆਪਣੇ ਇਸ ਹਫ਼ਤੇ ਫੈਡਰਲ ਕੈਬਨਿਟ ਦੇ ਜਿਹੜੇ 3 ਡੇ ਰਿਟਰੀਟ ਹੈ ਉਹਦੇ ਬਾਰੇ ਖਬਰਾਂ ਨੇ ਕਿ ਉੱਥੇ ਮੁੱਖ ਮੁੱਦਾ ਹਾਊਸਿੰਗ ਕ੍ਰਾਈਸਿਸ ਰਹਿਣਾ। ਇਹਦੇ ਬਾਰੇ ਕੁਛ ਐਕਸਪਰਟਸ ਨੂੰ ਵੀ ਬੋਲਣ ਵਾਸਤੇ ਬੁਲਾਇਆ ਗਿਆ, ਅਤੇ ਟਰੂਡੋ ਗਵਰਨਮੈਂਟ ਦਾ ਇਸ ਵੇਲੇ ਮੇਨ ਫੋਕਸ ਇਹ ਲੱਗ ਰਿਹਾ ਕਿ ਹਾਊਸਿੰਗ ਕ੍ਰਾਈਸਿਸ ਉਹਨਾਂ ਦਾ ਬੜਾ ਨੁਕਸਾਨ ਕਰ ਰਿਹਾ ਪੋਲੀਟੀਕਲੀ, ਪੋਲਸ ਦੇ ਵਿੱਚ ਉਹਨਾਂ ਦੀ ਰੇਟਿੰਗ ਡਾਊਨ ਹੈ, ਅਤੇ ਇਸ ਕਰਕੇ ਹੁਣ ਇਸ ਗੱਲ ਦੇ ਉੱਤੇ ਕੰਮ ਹੋ ਰਿਹਾ ਕਿ ਹਾਊਸਿੰਗ ਕ੍ਰਾਈਸਿਸ 'ਚ ਸਰਕਾਰ ਕੀ ਕਰ ਸਕਦੀ ਹੈ ਇਸ ਨੂੰ ਕੰਟਰੋਲ ਕਰਨ ਲਈ। ਸਰਕਾਰ ਕੀ ਕਰਦੀ ਹੈ ਇਹ ਤਾਂ ਹੁਣ ਪਤਾ ਲੱਗੇਗਾ ਆਉਣ ਵਾਲੇ ਕੁਝ ਮਹੀਨਿਆਂ 'ਚ, ਅਤੇ ਪਰ ਇਸ ਵੇਲੇ ਮਾਰਕੀਟ ਦੀ ਹਾਲਤ ਕੀ ਹੈ ਉਹਦੇ ਬਾਰੇ ਅਸੀਂ ਗੱਲਬਾਤ ਕਰਾਂਗੇ। ਅਤੇ ਮਾਰਕੀਟ ਦੀ ਹਾਲਤ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੋ ਗਰਾਊਂਡ 'ਤੇ ਹੋ ਰਿਹਾ, ਜੋ ਆਮ ਲੋਕਾਂ ਦੇ ਪੱਧਰ 'ਤੇ ਹੋ ਰਿਹਾ, ਜਿਹੜਾ ਐਕਸਪਰਟਸ ਕੋਲ ਬਹੁਤ ਬਾਅਦ 'ਚ ਆਉਂਦਾ, ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਸਾਡੇ ਨਾਲ ਜਸ ਭੁੱਲਰ ਨੇ ਜਿਹੜੇ ਕਿ ਇੱਕ ਮੌਰਗੇਜ ਐਡਵਾਈਜ਼ਰ ਦੇ ਤੌਰ ਦੇ ਉੱਤੇ ਰੋਜ਼ ਜੋ ਸਾਡੇ ਸਮਾਜ 'ਚ ਹੋ ਰਿਹਾ ਉਹਨੂੰ ਨੇੜੇ ਤੋਂ ਦੇਖਦੇ ਨੇ। ਭੁੱਲਰ ਸਾਹਿਬ ਬਹੁਤ ਬਹੁਤ ਸਵਾਗਤ। ਥੈਂਕ ਯੂ ਸੁਮੀਰ ਜੀ, ਤੁਹਾਨੂੰ ਵੀ ਅਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵੈਰੀ ਗੁੱਡ ਮਾਰਨਿੰਗ ਜੀ। ਅਤੇ ਕਈ ਚੀਜ਼ਾਂ ਨੇ ਅਸੀਂ ਅਕਸਰ ਇਹ ਦੇਖਿਆ ਕਿ ਜਿਹੜੀਆਂ ਐਕਸਪਰਟਸ ਦੀਆਂ ਰਿਪੋਰਟਸ ਨੇ ਗਵਰਨਮੈਂਟਸ ਤੱਕ, ਅਤੇ ਜਿਹੜੇ ਸਟੱਡੀ ਕਰਨ ਵਾਲੇ ਨੇ ਉਹਨਾਂ ਤੱਕ ਬਹੁਤ 6-6 ਮਹੀਨੇ ਬਾਅਦ ਪਹੁੰਚਦੀਆਂ ਨੇ, ਜਿਹੜੀਆਂ ਜੋ ਹੋ ਰਿਹਾ ਹੁੰਦਾ। ਬਿਲਕੁਲ ਜੀ। ਅਤੇ ਇਸ ਵੇਲੇ ਹੁਣ ਸਿਚੁਏਸ਼ਨ ਕੀ ਹੈ? ਰਿਪੋਰਟਸ ਜਿਹੜੀਆਂ ਤੁਸੀਂ ਗੱਲ ਕੀਤੀ 6 ਮਹੀਨੇ, ਐਕਚੁਅਲੀ ਰਿਪੋਰਟ ਉਹਨੂੰ ਪਤਾ ਹੁੰਦੀ ਹੈ ਜੀ, ਕੱਢਦੇ 6 ਮਹੀਨੇ ਬਾਅਦ ਹੈ ਉਹ ਦੇਖਦੇ ਆ ਪਹਿਲਾਂ ਕੀ ਹੈ। ਔਰ ਬਾਕੀ ਜਿਹੜੀ ਗਵਰਨਮੈਂਟ ਦੀ ਹੁੰਦੀ ਹੈ ਜਾਂ ਐਕਸਪਰਟ ਹੈ ਜਿਹੜੇ, ਉਹ ਅੱਜ ਦੀ ਰਿਐਲਿਟੀ ਨੂੰ ਕਦੇ ਨਹੀਂ ਦੇਖਦੇ। ਉਹ ਅੱਜ ਤੋਂ ਅੱਗੇ ਸਾਲ ਦਾ, 2 ਸਾਲ ਦਾ, 6 ਮਹੀਨਿਆਂ ਦਾ, ਤਾਂ ਉਸ ਚੀਜ਼ ਨੂੰ ਦੇਖਦੇ ਆ। ਹੁਣ ਅੱਜ ਮੈਂ ਪੜ੍ਹ ਰਿਹਾ ਸੀ, ਡਾਟਾ ਆ ਰਿਹਾ ਕਿ ਮਿਨਿਸਟਰ ਕਹਿ ਰਿਹਾ 30 ਦੇ ਵਿੱਚ 2030 ਦੇ ਵਿੱਚ ਸਾਨੂੰ ਮਿਲੀਅਨ ਘਰ ਹੋਰ ਚਾਹੀਦਾ ਹੈ, ਰਾਈਟ। ਇੱਕ ਆਮ ਇਨਸਾਨ ਤਾਂ ਅੱਜ ਮਰ ਰਿਹਾ ਹੈ, ਆਮ ਇਨਸਾਨ ਤਾਂ ਅੱਜ ਸਟਰਗਲ ਕਰ ਰਿਹਾ ਹੈ। 30 'ਚ ਤਾਂ ਮੈਂ ਵੀ ਕਹਿਣਾ, ਮੈਂ ਸ਼ਰੇਆਮ ਕਹਿਣਾ, ਅੱਜ ਮੈਂ ਕਹਿਣਾ ਕਿ ਜਿਹੜਾ ਅੱਜ ਘਰ ਤੁਸੀਂ ਮਿਲੀਅਨ ਦਾ, ਲਾਸਟ ਈਅਰ ਪੱਕੇ 2022 ਜਨਵਰੀ ਪੀਕ ਟਾਈਮ ਸੀਗਾ, ਜਿਹਨੇ ਮਿਲੀਅਨ ਦਾ ਕਰ ਲਿਆ, ਮੈਂ ਗਰੰਟੀ ਕਰਦਾ 2031 ਦੇ ਵਿੱਚ ਜਾ ਕੇ ਜੇ 1.5 ਦਾ ਨਾ ਹੋਇਆ ਤਾਂ ਕਹਿ ਦਿਓ ਇਹ ਤਾਂ ਨੋਰਮਲ ਵਰਤੀ ਰਿਹਾ। ਇਹ ਤਾਂ ਪਿੱਛੇ ਜੇ ਹੁਣ ਤੁਸੀਂ ਮੈਸੇਜ ਪੜ੍ਹ ਕੇ ਹਟੇ ਹੋ ਕਿ 73 ਦੇ ਵਿੱਚ ਉਹ ਘਰ 50,000 ਦਾ ਸੀ, ਅੱਜ 5 ਲੱਖ ਦਾ, ਇਹ ਨੋਰਮਲ ਹੈ ਇਹ ਤਾਂ, ਰਾਈਟ। ਪਰ ਜੇ ਤੁਸੀਂ ਕੁਐਸਚਨ ਪੁੱਛਿਆ ਕਿ ਅੱਜ ਵਰਤੀ, ਅੱਜ ਕੀ ਹੋ ਰਿਹਾ, ਅੱਜ ਕਾਮਨ ਮੈਨ ਹੈ ਜਿਹੜਾ ਉਹ ਕੀ ਸਟਰਗਲ ਕਰ ਰਿਹਾ ਹੈਗਾ, ਅੱਜ ਬਹੁਤ ਟਫ ਸਿਚੁਏਸ਼ਨ ਹੈ ਜੀ। ਹਾਲੇ ਸਟਾਰਟ ਨਹੀਂ ਹੋਇਆ, ਹਾਲੇ ਸਟਾਰਟ ਹੋਊਗਾ, ਹਾਲੇ ਸਿਰਫ ਅਸੀਂ ਦੇਖ ਰਹੇ ਹਾਂ। ਹਾਲੇ ਕੋਈ ਵੀ ਘਰ ਬੈਂਕਾਂ ਕੋਲ ਨਹੀਂ ਆਉਣ ਲੱਗੇ, ਕੋਈ ਵੀ ਘਰ ਛੱਡ ਨਹੀਂ ਰਿਹਾ ਇਸ ਟਾਈਮ, ਸਭ ਸਰਵਾਈਵ ਕਰ ਰਹੇ ਹੈ। ਕਿਵੇਂ ਸਰਵਾਈਵ ਕਰ ਰਿਹਾ ਇਹੀ ਥੋੜ੍ਹਾ ਜਿਹਾ ਹੈ, ਕਿਉਂਕਿ ਕਾਫੀ ਦੇਰ ਤੋਂ ਅਸੀਂ ਦੇਖ ਰਹੇ ਹਾਂ ਕਿ ਗੱਲ ਤਾਂ ਅਫੋਰਡੇਬਿਲਿਟੀ ਤੋਂ ਬਾਹਰ ਹੋਈ ਪਈ ਹੈ, ਪਰ ਉਹ ਖਿੱਚ ਕਿਵੇਂ ਰਹੇ ਨੇ ਹੁਣ ਤੱਕ? ਬਿਲਕੁਲ ਜੀ, ਜਿਹੜਾ ਉਹ ਸਟ੍ਰੈਸ ਸੀਗਾ ਪੁਰਾਣਾ, ਜਿਹੜੀ ਸੇਵਿੰਗ ਸੀਗੀ, ਜਿਹੜੀ ਹੁਣ ਤੱਕ ਉਹਨਾਂ ਨੇ ਸੇਵਿੰਗ ਕਰਕੇ ਰੱਖੀ ਸੀਗੀ, ਉਹ ਸੇਵਿੰਗ ਨੂੰ ਯੂਜ਼ ਕਰ ਰਹੇ ਆ ਹੁਣ ਇਸ ਟਾਈਮ। ਜਿਹੜੀ ਪੁਰਾਣੀ ਸੇਵਿੰਗ ਸੀਗੀ, ਤਾਂ ਉਹ ਹਮੇਸ਼ਾ ਕਹਿਣਾ ਹੋਣਾ ਕਿ ਸੇਵਿੰਗ ਕਰਕੇ ਰੱਖੋ, ਸੇਵਿੰਗ ਕਰੋ, ਸੇਵਿੰਗ ਮਸਟ ਹੈ। ਸੋ ਸੇਵਿੰਗ ਨੂੰ ਯੂਜ਼ ਕਰ ਰਹੇ ਸੀਗੇ। ਬਹੁਤ ਸਾਰੇ ਸੱਜਣ ਜਿਨ੍ਹਾਂ ਨੇ 10% ਪਾਏ ਘਰ ਲਏ ਸੀਗੇ, 10% ਥੋੜ੍ਹੇ ਜਿਹੇ ਪੈਸੇ ਨਾਲ ਬਚਾ ਲਏ ਸੀ, ਉਹਦੇ ਨਾਲ ਕਰ ਰਹੇ ਹੈ। ਜਾਂ ਫਿਰ ਇਸ ਟਾਈਮ ਸੈਕਿੰਡ ਮੌਰਗੇਜ ਲੈ ਰਹੇ। ਸੈਕਿੰਡ ਮੌਰਗੇਜ ਦਾ ਬਹੁਤ ਵੱਡਾ ਟਰੈਂਡ ਹੈ ਜੀ। ਹੁਣ ਸੈਕਿੰਡ ਮੌਰਗੇਜ ਐਵਰੀ ਡੇ ਇੰਨੀਆਂ ਕਾਲਾਂ ਆਉਂਦੀਆਂ ਨੂੰ ਸੈਕਿੰਡ ਮੌਰਗੇਜ ਵਾਸਤੇ, ਉਹ ਕਿੱਥੇ ਯੂਜ਼ ਕਰ ਰਹੇ? ਜਦੋਂ ਉਹਨੂੰ ਪੁੱਛਦੇ ਯੂਜ਼ ਕਿੱਥੇ ਕਰਨਾ, ਆ ਭਾਜੀ ਆਹੀ ਜਿਹੜੇ ਆਪਣੇ ਡੈਟ ਚੜੇ ਹੋਏ ਇਹਨਾਂ ਨੂੰ ਕਲੀਅਰ ਕਰਨਾ, ਕ੍ਰੈਡਿਟ ਕਾਰਡ ਫੁੱਲ, ਮਤਲਬ ਇੱਕ ਡੈਟ ਉਤਾਰਨ ਲਈ ਦੂਜਾ ਡੈਟ ਲੋਨ ਲੈ ਰਿਹਾ। ਬਿਲਕੁਲ ਜੀ, ਹੁਣ ਇਹ ਚੱਲ ਰਿਹਾ ਜੀ, ਹੁਣ ਚੱਲ ਰਿਹਾ। ਹੁਣ ਇੱਧਰੋਂ ਲੈ ਕੇ ਪਹਿਲਾਂ ਸੀਗਾ ਕਿ ਕਿਤੋਂ ਅਸੀਂ ਇਨਵੈਸਟਮੈਂਟ ਕਰਕੇ ਉੱਧਰੋਂ ਕੱਢ ਰਹੇ ਸੀਗੇ, ਹੁਣ ਇਨਵੈਸਟਮੈਂਟ ਇਹਨੇ ਕੀਤੀਆਂ ਸੀ ਬਿਲਕੁਲ ਸਟਾਪ ਹੈ, ਉੱਥੇ ਹੀ ਖੜੀਆਂ ਗਈਆਂ। ਤਾਂ ਇਸ ਟਾਈਮ ਇੱਕ ਡੈਟ ਨੂੰ ਦੂਜੇ ਡੈਟ ਨੂੰ ਕਲੀਅਰ ਕੀਤਾ ਜਾਂਦਾ, ਉਹਦੇ ਤੋਂ ਗਾਹਾਂ ਕੀਤਾ ਜਾਂਦਾ। ਪਹਿਲਾਂ ਇਹ ਫਨ ਵਾਸਤੇ ਕਰਦੇ ਸੀਗੇ, ਬਹੁਤ ਸਾਰੇ ਸੱਜਣ ਜਿਹਨੂੰ ਮੈਂ ਜਾਣਦਾ, ਉਹ ਕਾਰਡ ਦੇ ਪੁਆਇੰਟ ਬਣਾਉਣ ਵਾਸਤੇ ਇੱਕ ਤੋਂ ਕਾਰਡ ਦੂਜਾ ਕਾਰਡ, ਦੂਜੇ ਤੀਜਾ ਕਰਦੇ ਸੀਗੇ। ਪਰ ਹੁਣ ਟੋਟਲੀ ਆਪੋਜਿਟ ਹੈ। ਹੁਣ ਕਿਤੋਂ ਸੈਕਿੰਡ ਮੌਰਗੇਜ ਲੈ ਕੇ ਕ੍ਰੈਡਿਟ ਕਾਰਡ ਪੇ ਕੀਤੇ ਜਾ ਰਹੇ ਹੈ। ਕੁਛ ਤਾਂ ਸੱਜਣ ਇੱਦਾਂ ਦੇ ਵੀ ਹੈ ਜਿਨ੍ਹਾਂ ਨੇ ਸੈਕਿੰਡ ਮੌਰਗੇਜ ਲੈ ਕੇ ਸਿਰਫ ਆਪਣੀ ਪੇਮੈਂਟ ਕਰ ਰਹੇ ਆ, ਉਹ ਘਰ ਦੀ ਪੇਮੈਂਟ ਵਾਸਤੇ ਚਾਹੀਦਾ, ਨਾ ਕਿ ਉਹ ਕਹਿੰਦੇ ਸਾਡਾ ਕ੍ਰੈਡਿਟ ਕਾਰਡ ਸਾਰੇ ਠੀਕ ਹੈ,
ਸਾਡੇ ਕੋਈ ਕ੍ਰੈਡਿਟ ਕਾਰਡ ਦੀ ਪ੍ਰੋਬਲਮ ਨਹੀਂ ਗੀ। ਸਿਰਫ ਸਾਨੂੰ ਘਰ ਦੀ ਪੇਮੈਂਟ ਕਰਨ ਵਾਸਤੇ ਪੈਸੇ ਚਾਹੀਦੇ ਹੈ, ਕਿਉਂਕਿ ਘਰ ਦੀ ਪੇਮੈਂਟ ਹੈ ਜਿਹੜੀ ਕਈਆਂ ਦੀ 40% ਤਾਂ ਆਮ ਪਬਲਿਕ ਜਿਹੜੀ ਵਧੀ ਹੈ, ਕਈਆਂ ਦੀ 60% ਵੀ ਵੱਧ ਗਈ, ਕਿਉਂਕਿ 60% ਉਹਨਾਂ ਦੀ ਵੱਧ ਗਈ ਜਿਨ੍ਹਾਂ ਦੀ ਮੌਰਗੇਜ ਫਿਕਸ ਸੀ। ਉਹ ਹੁਣ ਇਸ ਉਮੀਦ ਤੇ ਲੋਨ ਲੈ ਕੇ ਪੇਮੈਂਟ ਕਰ ਰਹੇ ਨੇ ਕਿ ਉਹਨਾਂ ਨੂੰ ਲੱਗਦਾ ਵੀ ਇਹ ਜਿਹੜਾ ਕ੍ਰਾਈਸਿਸ ਹੈ 4-6 ਮਹੀਨੇ ਦਾ, ਉਸ ਤੋਂ ਬਾਅਦ ਫਿਰ ਨੋਰਮਲ ਹੋ ਜਾਣਾ। ਬਿਲਕੁਲ ਜੀ, ਬਿਲਕੁਲ ਇਸ ਟਾਈਮ ਇਹੀ ਹੈ। ਆਮ ਤੁਸੀਂ ਰੂਮਰ ਨੂੰ ਸੁਣਦੇ ਹੋ, ਕੁਛ ਕੁ ਤਾਂ ਮੈਨੂੰ ਇਹ ਵੀ ਕਹਿੰਦੇ ਕਿ ਭਾਜੀ ਸਤੰਬਰ ਅਕਤੂਬਰ 'ਚ ਰੇਟ ਘੱਟ ਜਾਣੇ ਆ, ਕੁਛ ਕਹਿ ਰਹੇ ਕਿ ਅਗਲੇ ਸਾਲ ਘੱਟ ਜਾਣੇ ਆ। ਇਹ ਕੌਣ ਦੱਸਦਾ ਉਹਨਾਂ ਨੂੰ? ਮੈਨੂੰ ਨਹੀਂ ਪਤਾ ਕੌਣ ਦੱਸਦਾ। ਜਦੋਂ ਮੈਂ ਪੁੱਛਦਾ ਕਿਹਨੇ ਦੱਸਿਆ, ਕਹਿੰਦੇ ਅਸੀਂ 4-5 ਫਰੈਂਡ ਬੈਠੇ ਗੱਲਾਂ ਕਰਦੇ ਸੀਗੇ। ਇਹ ਤਾਂ ਪਤਾ ਹੀ ਹੈ ਨਾ, ਸੌਰੀ ਟੂ ਸੇ ਰੀਅਲਟਰ ਵੀ ਕਹਿ ਰਹੇ ਆ, ਰੀਅਲਟਰ ਵੀ ਕਹਿ ਰਹੇ ਆ, ਜਿਹੜੇ ਸੁਹਿਰਦ ਰੀਅਲਟਰ ਹੈ, ਜਿਹੜੇ ਸਿਆਣੇ ਆ, ਐਕਸਪੀਰੀਅੰਸ ਵਾਲੇ ਆ, ਇਮਾਨਦਾਰ ਹੈ, ਉਹ ਕਦੇ ਗੱਲ ਕਲਾਇੰਟ ਨੂੰ ਨਹੀਂ ਕਹਿੰਦੇ। ਕੁਛ ਹੈ ਜਿਹੜੇ ਗੱਲ ਕਹਿ ਰਹੇ ਹੈ ਕਿ ਜੀ ਨਹੀਂ ਬਸ ਹੁਣ ਦੇਖੋ ਜਿਹੜੇ ਘਰਾਂ ਦੇ ਪ੍ਰਾਈਸ ਜਿਹੜੇ ਘਟਣੀਆਂ ਸੀ ਘਟ ਗਈਆਂ, ਹੁਣ ਦੁਗਾਂ ਘਟਣੀਆਂ ਨਹੀਂ, ਅਤੇ ਜਿਹੜੇ ਇੰਟਰਸਟ ਵਧਣੇ ਸੀ ਵੱਧ ਚੁੱਕੇ। ਹੁਣ ਕੁਛ ਬੈਂਕਾਂ ਨੇ ਘਟਾਉਣੇ ਸ਼ੁਰੂ ਕਰਤੇ, ਜਦੋਂ ਕਿ ਕਿਸੇ ਵੀ ਬੈਂਕ ਨਾਲ, ਸਾਡੀ ਬੈਂਕ ਨਾਲ ਡਾਇਰੈਕਟ ਡੀਲਿੰਗ ਹੈ, ਸਾਡੀ ਇੰਟਰਨਲ ਜਿਹੜੀ ਗੱਲਬਾਤ ਹੁੰਦੀ ਹੈ, ਸਾਨੂੰ ਕਿਸੇ ਨੂੰ, ਜਿਵੇਂ ਤੁਸੀਂ ਕਿਹਾ ਕਿ ਪਬਲਿਕ 'ਚ ਆਉਣ ਤੋਂ ਪਹਿਲਾਂ ਸਾਨੂੰ ਉਹ ਗੱਲ ਦਾ ਪਤਾ ਹੁੰਦਾ ਹੈਗਾ। ਬੈਂਕਾਂ ਨੇ ਜੇ ਬੈਂਕ ਆਫ ਕੈਨੇਡਾ ਨੇ 1 ਕੁਆਟਰ ਵਧਾਇਆ ਹੈ, ਬੈਂਕਾਂ ਨੇ, ਆਮ ਬੈਂਕਾਂ ਨੇ ਜਿੰਨੀਆਂ ਸਾਡੀਆਂ ਮੇਜਰ ਬੈਂਕਾਂ 5-5 ਕੁਆਟਰ ਵਧਾਤੇ ਉਹਨਾਂ ਨੇ ਆਲਰੇਡੀ। ਸੋ ਇਸ ਟਾਈਮ ਉਹ ਜ਼ੋਰ ਪਾ ਰਹੀਆਂ ਤੁਹਾਨੂੰ। ਜਦੋਂ ਬੈਂਕ ਕਦੇ ਵੀ ਇੱਕ ਗੱਲ ਯਾਦ ਰੱਖਿਓ, ਜਦੋਂ ਬੈਂਕ 1 ਜਾਂ 2 ਸਾਲ ਦੇ ਰੇਟ ਵਧਾਉਣ ਲੱਗ ਜੇ, ਇਹਦਾ ਮੀਨਸ 1-2 ਸਾਲ ਦੇ ਵਿੱਚ ਕੰਮ ਸੂਤ ਆਉਣਾ ਨਹੀਂ ਹੈਗਾ। ਹੁਣ ਬੈਂਕਾਂ ਅੱਗੇ ਆਮ ਤੌਰ 'ਤੇ 5 ਸਾਲ ਦਾ ਰੇਟ ਜਾਂ 3 ਸਾਲ ਵਧਾਉਂਦੀਆਂ ਸੀਗੀਆਂ, ਹੁਣ ਬੈਂਕਾਂ ਨੇ 1 ਤੇ 2 ਸਾਲ ਦੇ ਰੇਟ ਵਧਾਏ ਹੈ, ਤਾਂ ਕਿ ਬੰਦੇ ਨੂੰ ਪਤਾ ਹੈ ਕਿ ਲੋਕ ਕਿ ਹੁਣ ਇਸ ਟਾਈਮ ਆਮ ਬੰਦਾ, ਮੈਂ ਜੇ ਕਹਿਣਾ ਕਿਸੇ ਨੂੰ ਕਿ 3 ਸਾਲ ਦੀ ਮੌਰਗੇਜ, ਮੈਨੂੰ ਬਹੁਤ ਸਾਰੀ ਕਾਲਾਂ ਆਉਂਦੀਆਂ ਕਿ ਭਾਜੀ ਮੌਰਗੇਜ ਫਿਕਸ ਕਰਾ ਲਈਏ, ਮੈਂ ਕਹਿੰਦਾ 3 ਜਾਂ 5 ਸਾਲ ਦੀ ਕਰਾ ਲਓ। ਉਹ ਮੁੜ ਕੇ ਮੈਨੂੰ ਸਮੋਲਟਾ ਕੁਐਸਚਨ ਕਰਨਗੇ, ਕਹਿੰਦੇ ਸਾਲ ਦਾ ਰੇਟ ਥੱਲੇ ਆ ਜਾਣੇ ਆ, ਮੈਂ ਫਿਕਸ ਹੀ ਕਿਉਂ ਕਰਾਉਣੀ ਹੈ? ਸਾਲ ਤਾਂ ਕੱਢ ਹੀ ਲਓ, ਫਿਰ ਤੁਹਾਨੂੰ ਪਤਾ ਹੀ ਹੈ ਰਾਤ ਸਾਲ ਨੂੰ ਥੱਲੇ ਆ ਜਾਣੇ ਆ। ਸੋ ਇਸ ਕਰਕੇ ਬਹੁਤ ਸਾਰੇ ਸੱਜਣ ਬੈਂਕਾਂ ਨੂੰ ਫੋਨ ਕਰਕੇ ਕਹਿੰਦੇ ਕਿ ਸਾਨੂੰ ਸਾਲ ਦੀ ਫਿਕਸ ਕਰ ਦਿਓ। ਉਹਨਾਂ ਨੇ 1 ਸਾਲ ਦੇ ਰੇਟ ਵਧਾਉਣੇ ਸ਼ੁਰੂ ਕਰਤੇ। 1 ਸਾਲ ਦਾ ਮੀਨ ਇਹ ਹੈ ਕਿ 1 ਜਾਂ 2 ਸਾਲ ਦੇ ਵਿੱਚ ਰੇਟ ਥੱਲੇ ਨਹੀਂ ਆਉਣੇ, ਔਰ ਆ ਵੀ ਜਾਣਗੇ। ਜੇ ਆਉਣਗੇ ਵੀ ਤਾਂ 1 ਕੁਆਟਰ ਆਊਗਾ। ਜੇ ਤੁਸੀਂ ਕਹੋ ਜਿਹੜੇ ਹਿਸਾਬ ਨਾਲ 1 ਸਾਲ 1.5 ਸਾਲ ਦੇ ਵਿੱਚ ਰੇਟ ਵਧੇ ਹੈ। ਦੇਖੋ ਜੀ, ਪਹਿਲਾਂ ਜਿਵੇਂ ਮਤਲਬ ਵੈਸੇ ਕਹਿੰਦੇ ਨਾ, ਗਲਤੀਆਂ ਭੁਲੇਖੇ ਸਭ ਨੂੰ ਲੱਗ ਜਾਂਦੇ ਆ। ਬਿਲਕੁਲ ਜੀ, ਚਾਹੇ ਬੰਦਾ ਕੋਈ ਰੀਅਲ ਸਟੇਟ 'ਚ ਹੈ, ਚਾਹੇ ਮੌਰਗੇਜ 'ਚ ਹੈ। ਪਹਿਲਾਂ ਜਦੋਂ ਕਹਿੰਦੇ ਸੀ ਵੀ ਚੱਕ ਲਓ ਜੋ ਕੁਛ ਚੱਲ ਰਿਹਾ ਸੀ, ਉਹਦੇ ਨਤੀਜੇ ਸਾਹਮਣੇ ਆ ਗਏ 2 ਸਾਲਾਂ 'ਚ। ਬਿਲਕੁਲ ਜੀ, ਬਿਲਕੁਲ। ਅੱਛਾ, ਚਲੋ ਹੁਣ ਜਦੋਂ ਤਾਜ਼ਾ ਲੈਸਨ ਮਿਲਿਆ, ਇਸ ਤੋਂ ਬਾਅਦ ਬੰਦੇ ਨੂੰ ਲਰਨ ਕਰਨਾ ਚਾਹੀਦਾ। ਇਸ ਸੈਕਟਰ 'ਚ ਕੁਛ ਬੰਦੇ ਅਜੇ ਵੀ ਨਹੀਂ ਹਟਦੇ ਲੋਕਾਂ ਨੂੰ ਗੁੰਮਰਾਹ ਕਰਨ ਤੋਂ, ਉਦੋਂ ਫਿਰ ਥੋੜ੍ਹਾ ਜਿਹਾ ਦੁੱਖ ਲੱਗਦਾ। ਨਹੀਂ ਹਟਦੇ, ਅਜੇ ਵੀ ਕਹੀ ਜਾਂਦੇ ਨੇ ਕੋਈ ਨਹੀਂ 6 ਮਹੀਨੇ ਨੂੰ ਇੰਟਰਸਟ ਘੱਟ ਜਾਣਾ, ਸਾਲ ਨੂੰ ਇੰਟਰਸਟ ਘੱਟ ਜਾਣਾ। ਹੁਣ ਦੇਖੋ ਤੁਸੀਂ, ਮੈਂ ਅੱਜ ਪੜ੍ਹ ਰਿਹਾ ਸੀ ਰਿਪੋਰਟ ਕਿ ਆਹ ਰਿਪੋਰਟ ਨੂੰ ਇਸ ਟਾਈਮ ਦੱਸਿਆ ਜਾ ਰਿਹਾ ਕਿ 30 ਦੇ ਵਿੱਚ ਸਾਨੂੰ ਮਿਲੀਅਨ ਘਰਾਂ ਦੀ ਲੋੜ ਪੈਣੀ ਹੈ। 30 ਅੱਜ ਤੋਂ ਕਿੰਨੀ ਦੂਰ ਹੈ? ਕੀ ਤੁਸੀਂ ਜਿਹੜੇ ਬੰਦੇ ਅੱਜ ਜਿਹੜਾ ਸੈਕਿੰਡ ਮੌਰਗੇਜ ਲੈ ਕੇ ਅੱਜ ਸਰਵਾਈਵ ਕਰ ਰਿਹਾ ਹੈ, ਉਹ 30 ਤਾਂ ਕੱਟ ਜਾਊਗਾ, ਠੀਕ ਹੈ ਨਾ? ਪਰ ਤੁਸੀਂ ਸਿਚੁਏਸ਼ਨ ਜਿਹੜੀ ਅੱਜ ਦੀ ਹੈ, ਬਿਲਕੁਲ ਤੁਸੀਂ ਸਹੀ ਕਿਹਾ ਹੈਗਾ ਕਿ ਅੱਜ ਵੀ ਮੈਂ ਗਰੰਟੀ ਕਰਦਾ, ਪਿੱਛੇ ਅਪ੍ਰੈਲ ਦੇ ਵਿੱਚ ਉਹਨਾਂ ਨੇ ਸਿਰਫ ਇੰਨਾ ਕਿਹਾ ਸੀ ਕਿ ਅਸੀਂ ਪੌਜ਼ ਲਾਤਾ, ਲੋਕ ਦੁਆਰੇ ਬਿਡਿੰਗ ਬਾਰ 'ਚ ਪੈ ਗਏ, ਹੈ ਨਾ? ਪਰ ਹੁਣ ਜੇ ਸਤੰਬਰ ਦਾ ਆ ਰਿਹਾ ਰੇਟ ਜਿਹੜਾ 6 ਸਤੰਬਰ ਨੂੰ ਵਧਣ ਦੇ ਚਾਂਸ ਹੈਗੇ ਆ, ਪਰ ਵਿੱਚੋਂ ਰਿਪੋਰਟਾਂ ਮਿਲ ਰਹੀਆਂ ਕਿ ਸ਼ਾਇਦ ਨਾ ਵਧੇ। ਪਰ ਐਤਕੀ ਉਹ ਹਾਲ ਨਹੀਂ ਹੋਣਾ ਜੀ। ਜੇ ਇਸ ਵਾਰ ਨਾ ਵਧਿਆ ਨਾ, ਐਤਕੀ ਬਿਡਿੰਗ ਬਾਅਦ 'ਚ ਨਹੀਂ ਜਾਣਾ ਕੰਮ, ਕਿਉਂਕਿ ਲੋਕਾਂ ਨੂੰ ਆਲਰੇਡੀ ਰਿਐਲਿਟੀ ਪਤਾ ਲੱਗਣ ਲੱਗ ਗਈ। ਲੋਕਾਂ ਦੀ ਇਸ ਟਾਈਮ ਜਿਹੜਾ ਜੇ ਸਹੀ ਦੇਖੀਏ ਤਾਂ ਪੰਜਾਬੀ ਜਿਵੇਂ ਕਹਿੰਦੇ ਕਚੂਮਰ ਨਿਕਲਿਆ ਪਿਆ ਲੋਕ। ਸੋ ਇਸ ਵਾਰ ਉਹ ਗੱਲ ਨਹੀਂ ਹੋਣੀ, ਕਿਉਂਕਿ ਇਸ ਟਾਈਮ ਹੱਥ ਬਹੁਤ ਟਾਈਟ ਹੈ। ਔਰ ਬਾਕੀ ਗੱਲ ਇਹ ਨਹੀਂ ਸ਼ਮੀਲ ਜੀ ਕਿ ਇਕੱਲੀ ਇੱਕ ਜਿਹੜੀ ਤੁਸੀਂ ਕਹੀਏ ਕਿ ਪੇਮੈਂਟ ਵਧੀ ਹੈ, ਜਿਵੇਂ ਮੈਂ ਤੁਹਾਨੂੰ ਦੱਸਿਆ ਕਈਆਂ ਦੀ 60% ਪੇਮੈਂਟ ਵੱਧ ਗਈ, ਕਿਉਂਕਿ ਜਿਹਨਾਂ ਦੀ ਫਿਕਸ ਸੀ 0.95 'ਤੇ ਲਈ ਵੀ ਸੀ ਇਹਨਾਂ ਨੇ, ਤਾਂ ਉਹਨਾਂ ਦੀ ਅੱਜ ਸਡਨਲੀ 6% 7% ਹੋ ਗਈ, ਠੀਕ ਹੈ ਨਾ? ਉਹਨਾਂ ਦੇ ਬਾਕੀ ਖਰਚੇ ਵਧੇ ਹੋਏ ਆ। ਹਾਂ, ਇਹ ਨਹੀਂ ਵੀ ਇੱਕੋ ਪਾਸਿਓਂ ਮਾਰ ਹੈ, ਇੱਕ ਪਾਸੇ ਚਾਰੇ ਪਾਸਿਓਂ ਇਸ ਵੇਲੇ ਹੋ ਰਿਹਾ। ਇਹ ਕੰਮ ਵੀ ਘੱਟ ਗਏ। ਦੂਜੇ ਪਾਸੇ ਹਾਂ, ਮੈਂ ਬਿਲਕੁਲ ਇਹੀ ਕਹਿਣ ਲੱਗਿਆ ਸੀ ਮੈਂ ਕਿ ਸਾਡੇ ਕੋਲ 2 ਹੀ ਚੀਜ਼ਾਂ ਸੀ, ਹਾਊਸਿੰਗ ਅਤੇ ਟਰੱਕਿੰਗ। ਸਾਡਾ ਮੇਨ ਟਰੱਕਿੰਗ ਹੈ ਅਤੇ ਨਾਲ ਹਾਊਸਿੰਗ ਹੈ। ਹਾਊਸਿੰਗ ਵੀ ਖੜ੍ਹ ਗਈ, ਟਰੱਕਿੰਗ ਵੀ ਖੜ੍ਹ ਗਈ। ਟਰੱਕਿੰਗ ਦਾ ਹੁਣ ਕਾਫੀ ਬੁਰਾ ਹਾਲ ਹੈ। ਜਿਹੜੇ ਸਾਡੇ ਸੱਜਣ ਕੰਮ ਕਰਦੇ ਹੈ, ਇੱਥੋਂ ਤੱਕ ਵੀ ਹੈ ਕਿ ਉਹਨਾਂ ਨੂੰ ਵੀਕ ਛੁੱਟੀ ਕਰਵਾਈ ਜਾਂਦੀ ਧੱਕੇ ਨਾਲ, ਕਿ ਭਾਈ ਜਿਹੜੇ 10 ਬੰਦੇ ਇਸ ਵੀਕ ਛੁੱਟੀ ਕਰਨਗੇ, ਸੈਕਿੰਡ ਵੀਕ ਕਰਨਗੇ, ਥਰਡ ਵੀਕ ਕਰਨਗੇ। ਸੋ ਤੁਸੀਂ ਸਡਨਲੀ ਤੁਹਾਨੂੰ ਇਹ ਚੀਜ਼ ਹੋ ਜਾਣੀ, ਇੱਕ ਪਾਸੇ ਤੁਹਾਡੀ ਜਿਹੜੀ ਰੋਜ਼ਮਰਾ ਦੀ ਜ਼ਿੰਦਗੀ ਹੈ ਉਹਦੇ ਵਿੱਚ ਤੁਹਾਡੇ ਇੰਨੇ ਡੈਟ ਵੱਧ ਜਾਣੇ, ਅਤੇ ਉੱਤੋਂ ਤੁਹਾਨੂੰ ਛੁੱਟੀ ਕਰਨੀ ਪੈ ਜਾਣੀ, ਉਹ ਵੀ ਮਜਬੂਰੀ ਦੇ ਬਸ, ਠੀਕ ਹੈ ਨਾ? ਅਤੇ ਉੱਥੇ ਜਿੱਦੇ ਤੁਹਾਡੀ ਛੁੱਟੀ ਹੋਈ ਹੈ, ਨਾ ਤਾਂ ਤੁਹਾਡੀ ਇੰਸ਼ੋਰੈਂਸ ਨੇ ਰੁਕਣਾ, ਨਾ ਤੁਹਾਡੀ ਪੇਮੈਂਟ ਨੇ ਰੁਕਣਾ, ਨਾ ਹੀ ਬਿੱਲਾਂ ਨੇ ਰੁਕਣਾ, ਸਮਝੇ ਗੱਲ? ਅਤੇ ਬਾਕੀ ਵੀ ਚੱਲਦਾ ਸਮਾਂ। ਕਈ ਤਾਂ ਹੱਸਣ ਲੱਗ ਜਾਂਦੇ ਆ, ਕਹਿੰਦੇ ਭਾਈ ਛੁੱਟੀ ਕਰਕੇ ਸਾਡਾ ਸਮਾਂ ਜਿਹੜਾ ਡਾਟਾ ਲਿਆ ਹੋਇਆ ਹੁੰਦਾ ਉਹ ਵੀ ਓਵਰ ਹੋਣ ਲੱਗ ਗਿਆ, ਕਿਉਂਕਿ ਸਾਰਾ ਫੋਨ 'ਤੇ ਲੱਗੇ ਰਹੀਦੇ ਬੈਠੇ। ਸੋ ਇਸ ਕਰਕੇ ਇਹ ਚੀਜ਼ ਟਾਈਟ ਹੈ ਜੀ, ਨੋ ਡਾਊਟ। ਇਹਨੂੰ ਕਾਫੀ ਸੀਰੀਅਸਲੀ ਲੈਣਾ ਚਾਹੀਦਾ, ਪਰ ਅਸੀਂ ਹਾਲੇ ਸੀਰੀਅਸ ਨਹੀਂ ਲੈ ਰਹੇ।
ਇਸ ਨੂੰ ਹਜੇ ਲਾਈਟਲੀ ਲੈ ਰਹੇ ਹਾਂ ਕਿ ਕੋਈ ਨਹੀਂ, ਚੱਲ ਦੇਖੀਓ, ਜਦੋਂ ਕਿਤੇ ਮਾੜੀ ਜਿਹੀ ਕੋਈ ਨਿਊਜ਼ ਆਉਂਦੀ ਹੈ, ਕੋਈ ਮਾੜਾ ਜਿਹਾ ਕੋਈ ਰਿਐਲਟਰ ਆ ਕੇ ਕਹਿ ਦਿੰਦਾ ਹੈਗਾ, ਤਾਂ ਚਲੋ ਹੁਣ ਆਪਾਂ ਨਹੀਂ ਲੈ ਸਕਦੇ ਕ੍ਰੈਡਿਟ ਪ੍ਰੋਗਰਾਮ 'ਤੇ। ਮੈਂ ਸ਼ਰੇਆਮ ਵੀ ਸੁਣ ਰਿਹਾ ਸੀਗਾ, ਅਤੇ ਉਹ ਕਹਿੰਦਾ ਜੀ ਬਸ ਤੁਸੀਂ ਠਹਿਰ ਜਾਓ, ਥੋੜ੍ਹਾ ਚਿਰ ਹੀ ਹੈ, ਅਗਲੇ ਸਾਲ 4 ਲੱਖ ਬੰਦਾ ਆ ਰਿਹਾ ਹੈ, 4 ਲੱਖ ਉਦੋਂ ਅਗਲੇ ਸਾਲ ਆ ਰਿਹਾ ਹੈ। 4 ਲੱਖ ਬੰਦੇ ਨੇ ਖਾਣਾ ਕੀ, ਉਹਨੇ ਜੌਬ ਕਿੱਥੇ ਕਰਨੀ ਹੈ? ਪਹਿਲੀ ਗੱਲ ਤਾਂ ਦੇਖੋ ਜੀ, ਸਿੱਧੀ ਮੈਂ ਤੁਹਾਨੂੰ ਦੱਸ ਦੇਣਾ, ਡਾਟਾ ਜਿਹੜਾ ਦੱਸਦਾ ਹੈ, ਅਸੀਂ ਜਦੋਂ ਸਟੱਡੀ ਕਰਦੇ ਹਾਂ 50% ਬੰਦੇ ਆ ਕੇ ਘਰ ਨਹੀਂ ਲੈਂਦੇ ਇੱਥੇ ਆ ਕੇ, ਠੀਕ ਹੈ ਜੀ। ਉਹ 'ਚੋਂ 25% ਹੈ ਜਿਹੜੇ ਆਪਣੇ ਰਿਲੇਟਿਵ ਨਾਲ ਰਹਿੰਦੇ ਆ, ਜਾ ਕੇ ਰਿਲੇਟਿਵ ਨਾਲ ਰਹਿਣ ਲੱਗ ਜਾਂਦੇ ਆ। ਉਹਦੇ 'ਚੋਂ 25% ਹੈ ਜਿਹੜੇ ਘਰ ਲੈਂਦੇ ਆ, ਉਹ ਵੀ ਰਾਈਟ ਵੇ ਹੀ ਲੈਂਦੇ। ਸੋ ਇਸ ਕਰਕੇ ਜੇ ਉਹ 4 ਲੱਖ ਬੰਦਾ ਆ ਰਿਹਾ ਅਤੇ ਉਹਨਾਂ ਨੇ ਅਗਲੇ 4-5 ਸਾਲ 'ਚ ਘਰ ਲੈਣਾ ਹੈਗਾ, ਜਿਹੜੀ 30 ਦੀ ਗੱਲ ਕਰ ਰਹੇ ਹਾਂ ਆਪਾਂ, ਇਹਨਾਂ ਨੇ ਰਾਈਟ ਵੇ ਆਨ ਸਾਈਡ ਏਅਰਪੋਰਟ ਤੋਂ ਉੱਤਰ ਸਾਲ ਤੁਹਾਡੇ ਘਰ ਦੀ ਆ ਕੇ ਆਫਰ ਨਹੀਂ ਪਾ ਦੇਣੀ। ਸੋ ਇਹ ਬੰਦੇ ਆਉਣਗੇ, ਨੋ ਡਾਊਟ, ਸਾਨੂੰ ਚਾਹੀਦੇ ਹੈ, ਇਮੀਗ੍ਰੇਸ਼ਨ ਆਊਗੀ, ਪਹਿਲਾਂ ਵੀ ਆਉਂਦੀ ਰਹੀ ਹੈ, ਕੋਈ ਖਾਸ ਗੱਲ ਨਹੀਂ ਗੀ। ਪਰ ਜੇ ਤੁਸੀਂ ਉਸ ਗੱਲ ਦੇ ਉੱਤੇ ਘਰ ਬੁੱਕ ਕਰਾ ਰਹੇ ਹੋ ਜਾ ਕੇ ਕਿਤੇ ਵੀ ABC ਸਿਟੀ ਦੇ ਵਿੱਚ, ਵੀ ਆਪਾਂ 4 ਲੱਖ ਬੰਦਾ ਆ ਰਿਹਾ ਜੀ ਅਤੇ ਮੇਰਾ ਘਰ ਤਾਂ ਆਉਂਦੇ ਹੀ ਫਲਾਣੇ ਸਿੰਘ ਨੇ ਚੱਕ ਲੈਣਾ ਹੈ, ਉਹ ਨਹੀਂ ਲੈਣਾ। ਜਿਵੇਂ ਤੁਸੀਂ ਦੱਸਿਆ ਭੁੱਲਰ ਸਾਹਿਬ ਕਿ ਅਜੇ ਬਹੁਤ ਸਾਰੇ ਖਿੱਚ ਰਹੇ ਨੇ ਇਸ ਉਮੀਦ 'ਚ ਕਿ ਸ਼ਾਇਦ 6 ਮਹੀਨੇ 'ਚ ਕੁਛ ਠੀਕ ਹੋ ਜਾਏਗਾ, ਲੋਨ ਲੈ ਕੇ, ਲੋਨ ਉਤਾਰਨ ਲਈ ਲੋਨ ਲੈ ਰਹੇ ਨੇ ਜਾਂ ਸੇਵਿੰਗਸ ਆਪਣੀਆਂ ਬਿਲਕੁਲ ਵਰਤ ਰਹੇ ਨੇ। ਅਤੇ ਪਰ ਇਹ ਤਾਂ ਇੱਕ ਬੜੀ ਝੂਠੀ ਆਸ ਹੈ, ਇਹ ਕਿੰਨੀ ਕੁ ਦੇਰ ਚੱਲੇਗੀ? ਕਿਤੇ ਫਿਰ ਤੁਹਾਨੂੰ ਮਤਲਬ ਇਹੀ ਹੈ ਕਿ ਤੁਸੀਂ ਕ੍ਰਾਈਸਿਸ ਨੂੰ 6 ਮਹੀਨੇ ਟਾਲ ਰਹੇ ਹੋ। ਬਿਲਕੁਲ ਜੀ, ਜਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਤੁਸੀਂ ਆਪਣੇ ਆਪ ਨੂੰ ਇੱਕ ਝੂਠਾ ਲਾਰਾ ਲਾ ਰਹੇ ਹੋ, ਆਪਣੇ ਆਪ ਨੂੰ ਭੁਲੇਖਾ ਪਾ ਰਹੇ ਹੋ ਕਿ ਮੈਂ ਸ਼ਾਇਦ ਕੱਢ ਲੂੰਗਾ। ਪਰ ਦੂਜੇ ਪਾਸੇ ਸ਼ਮੀਲ ਜੀ ਇੱਕ ਗੱਲ ਇਹ ਵੀ ਹੈ ਕਿ ਇਟਸ ਨਾਟ ਬੈਡ ਜੇ ਤੁਸੀਂ ਖਿੱਚ ਖੁੱਚ ਕੇ ਕੇਰਾਂ ਟਾਈਮ ਕੱਢ ਲੈਂਦੇ ਹੋ। ਕਈ ਵਾਰੀ ਕੀ ਹੁੰਦਾ ਹੈ ਕਿ ਸਾਡੀ ਉਸ ਟਾਈਮ ਜਦੋਂ ਕੇਰਾਂ ਸਾਡਾ ਇੰਟਰਸਟਡ ਵੱਧਦਾ ਹੈ ਜਾਂ ਪੇਮੈਂਟ ਵੱਧਦੀ ਹੈ, ਉਸ ਟਾਈਮ ਕੇਰਾਂ ਸਾਡੀ ਸਾਰੀ ਜਿਹੜੀ ਸਿਚੁਏਸ਼ਨ ਹੈ ਨਾ, ਉਹ ਅਪਸਾਈਡ ਡਾਊਨ ਹੋ ਜਾਂਦੀ ਹੈ, ਹਿੱਲ ਜਾਂਦੀ ਹੈ। ਉਹਨੂੰ ਅਸੀਂ ਖਿੱਚ ਕੇ ਕੇਰਾਂ ਸੈਟਲ ਜਿਹਾ ਕਰਕੇ ਕਰ ਲਈਏ ਕਿ ਉਦੋਂ ਤੱਕ ਫਿਰ ਬਹੁਤ ਸਾਰੇ ਸੱਜਣ ਹੈ ਜਿਨ੍ਹਾਂ ਨੂੰ ਮੈਂ ਜਾਣਦਾ ਕਿ ਹੋਰ ਖਰਚੇ ਘੱਟ ਕਰ ਲੈਂਦੇ ਹੋ। ਮੈਨੂੰ ਮਤਲਬ ਤੁਹਾਨੂੰ ਪਲੈਨਿੰਗ ਲਈ ਟਾਈਮ ਮਿਲ ਜਾਂਦਾ, ਪਲੈਨਿੰਗ ਲਈ ਟਾਈਮ ਮਿਲ ਜਾਂਦਾ, ਬਿਲਕੁਲ। ਉਹ ਪਲੈਨਿੰਗ ਕਰ ਲੈਂਦੇ ਆ, ਜੇ ਉਦੋਂ ਹੀ ਅਸੀਂ ਹੱਥ ਖੜੇ ਕਰ ਜਾਂਦੇ ਹਾਂ ਅਤੇ ਉਹ ਡੇਂਜਰਸ ਹੁੰਦਾ ਹੈ। ਜੇ ਅਸੀਂ ਚਲੋ ਇੱਧਰੋਂ ਫੜ ਫੁੜ ਕੇ ਕਰਕੇ, ਕੋ ਸਾਡਾ ਆਮ ਸਾਡੇ 'ਚ ਵਰਤੀਰਾ ਹੈ ਇਹ ਕਿ ਅਸੀਂ ਪੈਸੇ ਪੂਸੇ ਫੜ ਕੇ ਕਿਸੇ ਭਰਾ ਤੋਂ ਫੜ ਲਏ, ਕਿਸੇ ਫਰੈਂਡ ਤੋਂ ਲੈ ਲਏ, ਕਿ ਇਹਦਾ ਫਾਦਰ ਟਾਈਮਿੰਗ ਸਾਰ ਲੈਂਦੇ ਹਾਂ। ਫਿਰ ਉਦੋਂ ਤੱਕ ਅਸੀਂ ਆਪਣੇ ਆਪ ਨੂੰ ਥੋੜ੍ਹਾ ਜਿਹਾ ਕੰਟਰੋਲ ਕਰ ਲੈਂਦੇ ਹਾਂ ਕਿ ਅਸੀਂ ਕੁਛ ਖਰਚੇ ਘੱਟ ਕਰ ਲਈਏ, ਕੁਛ ਕੋਈ ਕਾਰ ਵੇਚ ਦਈਏ ਉਦੋਂ ਤੱਕ, ਜਾਂ ਕੋਈ ਕਾਰ ਦੀ ਇੰਸ਼ੋਰੈਂਸ ਕੈਂਸਲ ਕਰਾ ਕੇ ਪਾਰਕ ਕਰ ਲਈਏ, ਵਟ ਐਵਰ ਜੋ ਵੀ ਹੈ ਸਾਡਾ, ਜਿਹਨੂੰ ਲੱਗਦਾ ਕਿ ਸਾਨੂੰ ਇਹ ਐਕਸਟਰਾ ਸਾਨੂੰ ਨਹੀਂ ਖਰਚਣਾ ਚਾਹੀਦਾ। ਸੋ ਕੁਛ ਅਸੀਂ ਇਨਕਮ ਵਧਾ ਸਕਦੇ ਹਾਂ, ਕੁਛ ਅਸੀਂ ਖਰਚੇ ਘਟਾ ਸਕਦੇ ਹਾਂ। ਬਿਲਕੁਲ ਜੀ, ਸਾਨੂੰ ਇੱਕ ਵਿੰਡੋ ਮਿਲ ਗਈ ਹੈ ਉਸ ਕੰਮ ਕਰਨ ਲਈ। ਬਿਲਕੁਲ ਜੀ, ਉਸ ਦੇ ਵਿੱਚ ਤਾਂਹੀਓ ਫਿਰ ਉਹ ਸੇਵਿੰਗ ਉਸ ਟਾਈਮ ਕੰਮ ਆ ਜਾਂਦੀ ਹੈ। ਪਰ ਡਿਪੈਂਡ ਕਰਦਾ ਕਿ ਤੁਸੀਂ ਪਲੈਨਿੰਗ ਕਿੱਦਾਂ ਕਰ ਰਹੇ ਹੋ। ਤੁਸੀਂ ਇਸ ਵਾਸਤੇ ਕਰ ਰਹੇ ਹੋ ਜਾਂ ਤੁਸੀਂ ਇਸ ਵਾਸਤੇ ਪਲੈਨਿੰਗ ਕਰ ਰਹੇ ਹੋ ਕਿ ਸਾਡੀਆਂ 2 ਪ੍ਰੋਪਰਟੀਆਂ ਅਤੇ ਉਹ ਮੇਲਾ ਨਵੰਬਰ ਸਾਡੀਆਂ ਰੈਡੀ ਹੋ ਜਾਣਗੀਆਂ ਅਤੇ ਨਵੰਬਰ 'ਚ ਇਹਨੂੰ ਸੈੱਲ ਕਰ ਦਿਆਂਗੇ। ਸੋ ਜਿਹੜੀ ਉਹ ਆਸ ਹੈ ਉਹ ਇਸ ਟਾਈਮ ਖਤਰੇ 'ਚ ਆਈ, ਕਿਉਂਕਿ ਆਉਣ ਨਵੰਬਰ। ਤੁਹਾਡੇ ਕਹਿਣ ਦਾ ਮਤਲਬ ਇਹ ਪਲੈਨਿੰਗ ਵੀ ਥੋੜ੍ਹਾ ਸਮਝਦਾਰੀ ਨਾਲ ਕਰਨੀ ਚਾਹੀਦੀ, ਝੂਠੀ ਆਸ 'ਤੇ ਨਹੀਂ ਕਰਨੀ ਚਾਹੀਦੀ ਕਿ 6 ਮਹੀਨੇ ਬਾਅਦ ਕੋਈ ਮਾਰਕੀਟ ਨੇ ਫਿਰ ਉੱਤੇ ਚਲੇ ਜਾਣਾ ਜਾਂ ਇੰਟਰਸਟ ਰੇਟ ਕੋਈ ਇੱਕਦਮ ਥੱਲੇ ਆ ਜਾਣੀ, ਇਹੋ ਜਿਹਾ ਕੁਛ ਹੋਣ ਵਾਲਾ। ਇਹੋ ਜਿਹਾ ਕੁਛ ਨਹੀਂ ਹੋਣਾ, ਇਹੋ ਜਿਹਾ ਕੁਛ ਨਹੀਂ ਹੋਣਾ, ਇਹੀ ਰਹੂਗਾ। ਪਰ ਉਦੋਂ ਤੱਕ, ਕਿਉਂਕਿ ਤਾਂ ਹੀ ਹੁਣ ਕਹਿ ਰਹੇ ਹੈਗੇ, ਜੇ ਵੀ ਐਕਸਪਰਟ ਕਹਿ ਰਹੇ ਆ, ਅਸੀਂ ਵੀ ਇਹ ਗੱਲ ਕਹਿ ਰਹੇ ਹਾਂ ਕਿ ਜੇ ਇੱਕ ਵਾਰੀ ਕੇਰਾਂ ਜਿਹੜਾ ਇੰਟਰਸਟ ਰੇਟ ਹੈ ਉਹ ਇੱਕ ਥਾਂ 'ਤੇ ਰੁਕ ਜੇ, ਕਿ ਇਦੋਂ ਬਾਅਦ ਪਤਾ ਲੱਗ ਜੇ ਕਿ ਹੁਣ ਇੰਟਰਸਟ ਰੇਟ ਨਹੀਂ ਵਧਣਾ, ਅਤੇ ਮੋਸਟਲੀ ਆਮ ਤੌਰ 'ਤੇ ਜਿਹੜੀ ਕੀ ਹੁੰਦੀ ਹੈ ਕਿ ਜਿਹੜੀ ਇੰਡਸਟਰੀ ਹੈ ਉਹ ਸੈਟਲ ਡਾਊਨ ਹੋਣਾ ਸ਼ੁਰੂ ਹੋ ਜਾਂਦੀ ਹੈ। ਉਹਨਾਂ ਚਿਰ ਹੀ ਭਗਦੜ ਮੱਚੀ ਹੁੰਦੀ, ਉਹਨਾਂ ਚਿਰ ਹੀ ਸਾਨੂੰ ਫੀਅਰ ਜਿਹਾ ਹੁੰਦਾ, ਸਾਨੂੰ ਡਰ ਹੁੰਦਾ ਹੈ, ਜਿੰਨਾ ਚਿਰ ਹਲੇ ਸਾਨੂੰ ਪਤਾ ਨਹੀਂ ਕਿੰਨਾ ਕੁ ਹੋਰ ਵਧੂਗਾ। ਹੁਣ ਵਿੱਚ ਕਈ ਆ ਕੇ ਰੌਲਾ ਪਾਉਂਦੇ 18% 'ਤੇ ਚਲੇ ਜਾਣਾ, ਕੋਈ ਕਹਿੰਦਾ 12 'ਤੇ ਚਲੇ ਜਾਣਾ, ਕੋਈ ਕਹਿੰਦਾ 8 'ਤੇ ਚਲੇ ਜਾਣਾ ਹੈਗਾ, ਹੈ ਨਾ। ਚਲੇ ਜਿੱਥੇ ਮਰਜ਼ੀ ਜਾਵੇ, ਇਟਸ ਨਾਟ ਬਿਗ ਡੀਲ, ਐਡੀ ਕੋਈ ਖਾਸ ਗੱਲ ਨਹੀਂ, ਕਿਉਂ ਪਹਿਲਾਂ ਵੀ 18 ਤੋਂ ਮੁੜ ਕੇ ਆਇਆ, 22 24 ਤੋਂ ਮੁੜ ਕੇ ਆਏਗਾ। ਪਰ ਗੱਲ ਇਹੀ ਹੈ ਸਿਰਫ ਕਿ ਸਾਨੂੰ ਹੁਣ ਇਸ ਟਾਈਮ ਗ੍ਰੀਨ ਲਾਈਟ ਨਹੀਂ ਦਿਸ ਰਹੀ। ਇਸ ਟਾਈਮ ਅਸੀਂ ਸਿਰਫ ਹਨੇਰੇ 'ਚ ਤੁਰੇ ਫਿਰਦੇ ਹਾਂ, ਡਾਰਕ ਆ ਸਾਰੇ ਪਾਸੇ। ਜਦੋਂ ਸਾਨੂੰ ਇੱਕ ਲਾਈਟ ਦਿਸਣੀ ਸ਼ੁਰੂ ਹੋ ਗਈ, ਐਂਡ ਆਫ ਦਾ ਡੇ ਸਾਨੂੰ ਜਦੋਂ ਲਾਈਟ ਦਿਸਣੀ ਸ਼ੁਰੂ ਹੋ ਗਈ, ਅਸੀਂ ਹੌਲੀ ਹੌਲੀ ਠੀਕ ਹੋ ਜਾਵਾਂਗੇ, ਕਿਉਂਕਿ ਸਾਨੂੰ ਪਤਾ ਲੱਗ ਜਾਣਾ ਕਿ ਇੱਥੇ ਪਹੁੰਚਣਾ, ਅਸੀਂ ਪਹੁੰਚ ਜਾਣਾ ਉੱਥੇ। ਸੋ ਇਸ ਕਰਕੇ ਜੇ ਤੁਸੀਂ ਆਪਣੀ ਸੇਵਿੰਗ ਯੂਜ਼ ਕਰਕੇ ਜਾਂ ਇੱਦਾਂ ਕਰਕੇ ਕਰ ਰਹੇ ਹੋ, ਇਟਸ ਨਾਟ ਬੈਡ ਆਈਡੀਆ, ਕਰ ਸਕਦੇ ਤੁਸੀਂ। ਪਰ ਇਹ ਚੀਜ਼ ਦਾ ਧਿਆਨ ਰੱਖੋ ਕਿ ਜੇ ਇਹ ਥੋੜ੍ਹਾ ਜਿਹਾ ਹੋਰ ਪ੍ਰੋਲੋਂਗ ਹੋ ਗਿਆ, ਫਿਰ ਤੁਸੀਂ ਕਿਵੇਂ ਸਰਵਾਈਵ ਕਰੋਗੇ। ਸੋ ਕਹਿਣ ਦਾ ਮਤਲਬ ਵੀ ਤੁਹਾਡਾ ਜਿਹੜਾ ਫੈਸਲਾ ਚੀਜ਼ ਨੂੰ ਚੰਗੀ ਤਰ੍ਹਾਂ ਸਹੀ ਤਸਵੀਰ ਦੇਖ ਕੇ ਹੋਣਾ ਚਾਹੀਦਾ, ਨਾ ਕਿ ਝੂਠੀ ਆਸ ਅਤੇ ਕਿਸੇ ਤੋਂ ਗੁੰਮਰਾਹ ਹੋ ਕੇ। ਨਹੀਂ, ਬਿਲਕੁਲ ਜੀ, ਬਿਲਕੁਲ। ਕਿਉਂਕਿ ਆਪਣੀ ਗੱਲਬਾਤ ਦਾ ਮਕਸਦ ਵੀ ਇਹੀ ਹੈ ਕਿ ਸਟ੍ਰੈਟਜੀਜ਼ ਕੋਈ ਵੀ ਹੋ ਸਕਦੀਆਂ, ਪਰ ਇਹਦੇ 'ਚ ਕੋਈ ਝੂਠੀ ਆਸ ਨਹੀਂ ਹੋਣੀ ਚਾਹੀਦੀ ਕਿ ਕੋਈ ਮੈਜਿਕ ਹੋਣ ਵਾਲਾ। ਨਹੀਂ ਜੀ, ਖਾਸ ਕਰਕੇ ਜਿਵੇਂ ਹੁਣ ਇਸ ਟਾਈਮ ਬਹੁਤ ਸਾਰੇ, ਜਿਵੇਂ ਮੈਂ ਸੁਣਦਾ ਰੌਲਾ ਵੀ ਪੈਂਦਾ ਬਾਹਰ, ਮੇਰੇ ਕੋਲ ਆਉਂਦੇ ਵੀ ਹੈ ਕਿ ਭਾਜੀ ਇਨਵੈਸਟਮੈਂਟ ਕਰ ਦਈਏ। ਹੁਣ ਇਨਵੈਸਟਮੈਂਟ ਦੇਖੋ, ਇਨਵੈਸਟਮੈਂਟ ਕਿਤੋਂ ਵੀ ਕਰ ਲਓ ਜ਼ਿੰਦਗੀ 'ਚ, ਕੋਈ ਮਾੜੀ ਨਹੀਂ, ਇਨਵੈਸਟਮੈਂਟ ਕਰ ਲੈਣੀ ਚਾਹੀਦੀ ਹੈ, ਪਰ ਹੁਣ ਥੋੜ੍ਹਾ ਸੋਚ ਸਮਝ ਕੇ ਕਰਨੀ ਪੈਣੀ ਹੈ ਇਨਵੈਸਟਮੈਂਟ। ਕਰਨ ਜਿਹਨਾਂ ਕੋਲ ਗੁੰਜਾਇਸ਼ ਹੈ, ਬਿਲਕੁਲ ਜੀ। ਦੇਖੋ ਇਹੋ ਜਿਹੇ ਵੀ ਨੇ ਅੱਜ ਦੀ ਤਰੀਕ 'ਚ ਵੀ ਜਿਹੜੇ ਮਹੀਨੇ 'ਚ 2 ਕਲੋਜ਼ਿੰਗਾਂ ਕਰਾ ਰਹੇ ਨੇ, ਕਿਉਂਕਿ ਉਹ ਤਬਕਾ ਜਿਹਨਾਂ ਕੋਲ ਫਾਲਤੂ ਪੈਸਾ, ਤੇ ਜਿਨ੍ਹਾਂ ਨੇ ਵੈਸੇ ਮਰਨਾ ਵੀ ਨਹੀਂ, ਅਮਰ ਨੇ ਜਿਹੜੇ ਉਹ। ਹਾਂਜੀ,
ਹਾਂਜੀ ਹਾਂਜੀ ਉਹਨਾਂ ਲੋਕਾਂ ਵਾਸਤੇ ਨਾ ਜਿਹਨਾਂ ਨੇ ਕਿਹੜੇ ਮਰਨਾ ਕਦੇ, ਨਹੀਂ ਜੀ ਉਹਨਾਂ ਵਾਸਤੇ ਆਮ ਤੌਰ ਤੇ ਆਪਣੇ ਨਾ ਕਸ਼ਮੀਰ ਜੀ ਕਹਾਵਤ ਜਿਵੇਂ ਉਦਾਹਰਨ ਦਿੱਤੀ ਜਾਂਦੀ ਹੈ, ਕਿਸੇ ਵੀ ਅਮੀਰ ਦੀ ਲੈ ਲਓ, ਉਦਾਹਰਨ ਦਿੱਤੀ ਜਾਂਦੀ ਹੈ, ਬਿਲ ਗੇਟਸ ਹੈ, ਕੋਈ ਵੀ ਲਾ ਲਓ, ਉਹ ਜੀ ਦੇਖੋ ਯੂਨੀਵਰਸਿਟੀ ਡਰੋਪ ਆਊਟ ਹੈ ਤੇ ਅੱਜ ਦੇਖੋ ਕਿੱਥੇ ਪਹੁੰਚਿਆ, ਪਰ ਇਹ ਨਹੀਂ ਸੋਚਦੇ ਵੀ ਉਹ ਆਕਸਫੋਰਡ ਯੂਨੀਵਰਸਿਟੀ ਤੋਂ ਡਰੋਪ ਆਊਟ ਹੈ ਜਿੱਥੇ ਪਹੁੰਚਣਾ ਹੀ ਹਾਰਡ ਹੈ। ਇਹਦੇ 'ਚ ਐਡਮਿਸ਼ਨ ਲੈਣੀ ਇੱਕ ਖਾਲਾ ਦਾ ਬਾੜਾ ਨਹੀਂ, ਜਿਹੜੇ ਪੜ੍ਹਨ ਆਏ ਜਿਹਨਾਂ ਨੂੰ ਪਤਾ ਹੈ ਕਿ ਯੂਨੀਵਰਸਿਟੀ ਕਿਵੇਂ ਪਹੁੰਚਣਾ, ਜੇ ਉੱਥੋਂ ਕੋਈ ਡਰੋਪ ਆਊਟ ਹੋ ਵੀ ਗਿਆ, ਹੀ ਇਜ਼ ਵੈਰੀ ਲਾਈਕ ਇੰਟੈਲੀਜੈਂਟ ਪਰਸਨ, ਨਾ ਕਿ ਉਹ ਨੋਰਮਲ ਪਰਸਨ ਹੈ ਕਿ ਜਿਹੜਾ ਕਿਸੇ ਵੀ ਸਕੂਲ ਦੇ ਵਿੱਚੋਂ ਡਰੋਪ ਆਊਟ ਹੋ ਕੇ ਤੇ ਉਹਨੇ ਕੰਮ ਸ਼ੁਰੂ ਕਰ ਲਿਆ। ਸੋ ਇਸ ਕਰਕੇ ਉਹਨਾਂ ਦੀ ਉਦਾਹਰਨਾਂ ਜ਼ਰੂਰ ਲਓ। ਮੈਂ ਨਹੀਂ ਕਹਿੰਦਾ ਇਨਵੈਸਟਮੈਂਟ ਦੇ ਵਿੱਚ ਵੀ ਉਹਨਾਂ ਵੱਲ ਜ਼ਰੂਰ ਦੇਖੋ, ਰਾਈਟ, ਪਰ ਤੁਸੀਂ ਆਪਣਾ ਬਜਟ ਬਣਾਓ, ਕਿਉਂਕਿ ਆਮ ਤੌਰ 'ਤੇ ਰੀਅਲ ਸਟੇਟ ਦੇ ਵਿੱਚ ਤੁਸੀਂ ਸੁਣਦੇ ਹੋ ਲੋਕੇਸ਼ਨ ਇੱਕ ਰੌਲਾ ਪੈ ਜਾਂਦਾ ਹੈ। ਇਹਦੇ ਵਿੱਚ ਹੁੰਦਾ ਕੈਲਕੂਲੇਸ਼ਨ, ਸਾਡਾ ਪਲੈਨਿੰਗ ਅਤੇ ਕੈਲਕੂਲੇਸ਼ਨ। ਤੁਹਾਡੀ ਪਲੈਨਿੰਗ ਹੋਣੀ ਚਾਹੀਦੀ, ਤੁਹਾਡੀ ਕੈਲਕੂਲੇਸ਼ਨ ਹੋਣੀ ਚਾਹੀਦੀ ਹੈ, ਪਰ ਨਾ ਤਾਂ ਆਹ ਦਿਨ ਦੀ ਜਿਹੜਾ ਅੱਜ ਆਏ ਹੈ ਕਿਸੇ ਨੇ ਪਲੈਨਿੰਗ ਕੀਤੀ ਸੀ ਅਤੇ ਨਾ ਹੀ ਕੈਲਕੂਲੇਸ਼ਨ ਕੀਤੀ ਸੀ। ਭੁੱਲਰ ਜੀ, ਥੋੜ੍ਹੀ ਜਿਹੀ ਗੱਲ ਆਪਾਂ ਪ੍ਰਾਈਸਿਸ 'ਤੇ ਇੰਪੈਕਟ ਕਰਨ ਤੋਂ ਪਹਿਲਾਂ, ਇਸ ਵੇਲੇ ਜਿਹੜੇ ਸਭ ਤੋਂ ਵੱਧ ਟਾਈਟ ਹੋਇਆ, ਜਿਹੜਾ ਸਭ ਤੋਂ ਵੱਧ ਅਫੈਕਟਡ ਸੈਕਸ਼ਨ ਹੈ, ਉਹ ਕਿਹੜਾ ਹੈ? ਜਿਹੜਾ ਅਫੈਕਟਡ ਸੈਕਸ਼ਨ ਇਸ ਟਾਈਮ ਉਹ ਹੈ ਜਿਨ੍ਹਾਂ ਨੇ ਘਰ ਰੀਫਾਈਨੈਂਸ ਕਰਾਏ ਸੀ, ਜਿਨ੍ਹਾਂ ਨੂੰ ਬਹੁਤ ਸਾਰੇ ਸੱਜਣੇ ਜਿਹਨੂੰ ਐਕੁਇਟੀ ਉਹਨੇ ਕੱਢ ਤਾਂ ਲਈ, ਪਰ ਉਹਨੂੰ ਮੈਨੂੰ ਫੋਨ ਆਉਂਦਾ, ਉਹਨੂੰ ਐਕੁਇਟੀ ਕਹਿਣਾ ਵੀ ਨਹੀਂ ਆਉਂਦਾ, ਉਹ ਕਈ ਮੈਨੂੰ ਕਹਿੰਗੇ ਭਾਜੀ ਇਕੁਇਟੀ ਕਢਾ ਦਿਓ, ਹੈ ਨਾ। ਸੋ ਉਹਨਾਂ ਨੂੰ ਇਸ ਚੀਜ਼ ਦੀ, ਜਿਹੜਾ ਬੰਦੇ ਨੂੰ ਇਹੀ ਨਹੀਂ ਪਤਾ ਵੀ ਕੀ ਵਰਡ ਹੁੰਦਾ ਇਹ, ਅਤੇ ਉਹਨੇ ਵੀ ਪੈਸੇ ਕੱਢ ਲਏ, ਉਹਨੇ ਪੈਸੇ ਕੱਢ ਕੇ ਦੇਖੀ ਕੱਢ ਲਏ, ਉਹ ਚੱਕਰਾਂ 'ਚ ਗੱਲਾਂ 'ਚ ਆ ਗਏ। ਉਹਨੂੰ ਕਿਸੇ ਗੁਆਂਢੀ ਨੇ ਕਹਿਤਾ, ਜਾਂ ਇੱਕ ਸਾਨੂੰ ਰੀਸ ਕਰਨ ਦੀ ਬਹੁਤ ਆਦਤ ਹੈ ਜੀ, ਜੇ ਤੁਸੀਂ ਕਰ ਲਏ ਤੇ ਮੈਂ ਕਰਨਾ ਹੀ ਕਰਨਾ, ਤੁਹਾਡੀ ਅਫੋਰਡੇਬਿਲਟੀ ਹੋਰ ਹੈ, ਮੇਰੀ ਹੋਰ ਹੈ, ਤੁਹਾਡਾ ਪਲਾਨ ਹੋਰ ਹੈ, ਆਉਣ ਵਾਲੇ ਟਾਈਮ 'ਚ ਤੁਹਾਡੇ ਖਰਚੇ ਹੋਰ ਖੜੇ ਹੋਣੇ, ਮੇਰੇ ਖਰਚੇ ਹੋਰ ਖੜੇ ਹੈ। ਸੋ ਉਹਨਾਂ ਨੇ ਪੈਸੇ ਕੱਢੇ, ਕਈਆਂ ਨੇ ਤਾਂ ਚਲੋ ਠੀਕ ਹੈ ਕਿਤੇ ਲਾਤੇ, ਕਈਆਂ ਨੇ ਬਹੁਤ ਸਾਰੇ ਸੱਜਣੇ ਜਿਹਨਾਂ ਨੂੰ ਮੈਂ ਜਾਣਦਾ, ਜਿਨ੍ਹਾਂ ਨੇ ਘਰ ਦੀ ਲਾਈਨ ਆਫ ਕ੍ਰੈਡਿਟ ਚੱਕ ਕੇ ਬਾਹਰ ਇਹੋ ਜਿਹੀਆਂ ਪ੍ਰੋਪਰਟੀਆਂ ਲੈ ਲਈਆਂ ਜਿਨ੍ਹਾਂ 'ਚ ਕੋਈ ਇਨਕਮ ਨਹੀਂ, ਕੋਈ ਵੀ ਇਨਕਮ ਨਹੀਂ ਆ ਰਹੀ, ਉੱਥੋਂ ਫਾਰਮ ਲੈ ਲਏ ਜਾਂ ਕੋਈ ਲੈਂਡ ਲੈ ਕੇ ਛੱਡਤੀ ਜਾਂ ਕੁਛ ਵੀ ਕਰ ਲਿਆ, ਉੱਥੋਂ ਕੋਈ ਇਨਕਮ ਨਹੀਂ ਆ ਰਹੀ। ਉਹ ਇਸ ਟਾਈਮ ਬਹੁਤ ਟਾਈਟ ਹੈ ਜੀ, ਕਿਉਂਕਿ ਉੱਧਰ ਪ੍ਰਾਈਸਾਂ ਖੜ੍ਹ ਗਈਆਂ। ਇੱਕ ਕੁਦਰਤੀ ਗੱਲ ਹੁੰਦੀ ਹੈ, ਮੈਂ ਆਲਵੇਜ਼ ਗੱਲ ਕਰਦਾ ਹੁੰਦਾ, ਜਿਨ੍ਹਾਂ 'ਚ ਪ੍ਰਾਈਸ ਵਧੀ ਜਾਂਦੀ ਹੈ ਤੁਸੀਂ ਕੋਲੋਂ ਪੈਸੇ ਪਾਈ ਜਾਂਦੇ, ਕੋਈ ਫਰਕ ਨਹੀਂ ਪੈਂਦਾ। ਜਿੱਦੇ ਪ੍ਰਾਈਸ ਖੜ੍ਹ ਗਈ ਉਹਦੇ ਕੋਲੋਂ ਪਾਉਣ ਵੀ ਔਖੇ ਹੋ ਜਾਂਦੇ, ਭਾਵੇਂ $100 ਪਾਉਣਾ ਪੈ ਜੇ, ਕਿ ਉਹਦੇ ਸਾਨੂੰ ਦੂਜੀ ਪਿਕਚਰ ਦੱਸਣ ਲੱਗ ਜਾਂਦੇ ਕਿ ਹੁਣ ਬਣੂ ਕੀ, ਕਿੰਨਾ ਚਿਰ ਪਾਈ ਜਾਊਂ ਮੈਂ, ਕਿੰਨਾ ਚਿਰ ਪਾਈ ਜਾਊਂ। ਸੋ ਉਹ ਬੰਦੇ ਜਾਂ ਫਿਰ ਜਿਨ੍ਹਾਂ ਨੇ ਬੁੱਕ ਕਰਾਏ ਸੀ ਘਰ 'ਚੋਂ ਪੈਸੇ ਕੱਢ ਕੇ, ਔਰ ਉਹਨਾਂ ਨੇ ਘਰ 'ਚੋਂ ਪੈਸੇ ਕੱਢੇ, ਰੀਫਾਈਨੈਂਸ ਕਰਾਇਆ, $4 ਲੱਖ ਕੱਢਿਆ, 3 ਲੱਖ ਦੇ ਅੱਗੇ 3 ਘਰ ਬੁੱਕ ਕਰਾਤੇ, ਲੱਖ ਪਾ ਕੇ, ਅਤੇ ਜਿਹੜਾ ਲੱਖ ਬਚਿਆ ਸੀ ਉਹ 'ਚੋਂ ਕੁਛ ਘਰੇ ਰੈਨੋਵੇਸ਼ਨ ਕਰਾ ਲਈ, ਅਤੇ ਕੁਛ ਫਰਨੀਚਰ ਲੈ ਲਿਆ, ਅਤੇ ਇੱਕ ਅੱਧੀ ਕਾਰ ਲੈ ਲਈ, ਅਤੇ ਕਲੋਜ਼ਿੰਗ ਵਾਸਤੇ ਪੈਸਾ ਨਹੀਂ ਰੱਖਿਆ। ਜੇ ਕਿਤੇ 2 ਲੱਖ ਕਰ ਦਿੰਦੇ ਇਨਵੈਸਟ ਅਤੇ 2 ਕੋਲ ਰੱਖ ਲੈਂਦੇ ਕਲੋਜ਼ਿੰਗ ਵਾਸਤੇ, ਅਤੇ ਅੱਜ ਕੋਈ ਪ੍ਰੋਬਲਮ ਨਹੀਂ ਸੀ ਆਉਣੀ। ਜਿਹੜਾ ਫਸਟ ਟਾਈਮ ਬਾਇਰ ਹੈ ਉਹ ਕਦੇ ਵੀ ਫਸਦਾ ਨਹੀਂ ਜੀ, ਉਹ ਕਦੇ ਸਫਰ ਨਹੀਂ ਕਰਦਾ, ਮੈਂ ਗਰੰਟੀ ਕਰਦਾ। ਕਹਿਣ ਨੂੰ ਜੋ ਮਰਜ਼ੀ ਕਹੀ ਜਾਣ, ਉਹ ਕਦੇ ਨਹੀਂ, ਕਿਉਂਕਿ ਕੋਈ ਘਰ ਹੁੰਦਾ ਉਹਦੇ ਕੋਲ, ਇੱਕ ਘਰ ਦੇ ਵਿੱਚ ਆਰਾਮ ਨਾਲ ਬੈਠਾ ਰਹਿੰਦਾ, ਉਹਨੇ ਰਹਿਣਾ ਹੀ ਰਹਿਣਾ, ਕਿਤੇ ਵੀ ਰਹਿਣਾ। ਅੱਜ ਕੱਲ੍ਹ 24-25 ਸੌ ਤਾਂ ਬੇਸਮੈਂਟ ਹੋਈ ਪਈ ਹੈ, ਅਤੇ ਜੇ ਉੱਤੇ ਉਹ $3300 $3400 ਦੇ ਵੀ ਰਿਹਾ, ਇਟਸ ਨਾਟ ਬਿਗ ਡੀਲ। ਫਿਰ ਉਹ ਕੀ ਹੁੰਦਾ ਹੈਗਾ, ਜਦੋਂ ਤੁਹਾਨੂੰ ਲੱਗਦਾ ਹੈ ਕਿ ਉਹ ਬੰਦਾ ਫਸਟ ਟਾਈਮ ਹੁੰਦਾ ਜਿਹੜਾ, ਉਹ ਟਾਈਟ ਹੋਣ ਲੱਗਦਾ ਹੈ, ਅਤੇ ਉਹ ਕਿਸੇ ਭਰਾ ਨੂੰ ਭਤੀਜੇ ਨੂੰ ਨਾਲ ਰੱਖ ਲੈਂਦਾ, ਨਾਲ ਰੱਖ ਕੇ ਉਹ ਸਰਵਾਈਵ ਕਰ ਜਾਂਦੇ ਆ। ਜਿਹੜਾ ਬੰਦਾ ਦੇਰ ਦਾ ਘਰ 'ਚ ਰਹਿ ਰਿਹਾ ਹੁੰਦਾ, ਉਹਦੀ ਹੈਬਿਟ ਬਣੀ ਹੁੰਦੀ ਹੈ, ਪੁਰਾਣਾ ਹੁੰਦਾ, ਉਹ ਛੇਤੀ ਕਿਤੇ ਕਿਸੇ ਨੂੰ ਨਾਲ ਐਡਜਸਟ ਨਹੀਂ ਕਰ ਸਕਦਾ। ਬੱਚੇ ਵੱਡੇ ਹੁੰਦੇ ਕਈ ਵਾਰੀ, ਅਸੀਂ ਕਿਸੇ ਨੂੰ ਲਿਆ ਕੇ ਘਰੇ ਨਹੀਂ ਰੱਖ ਸਕਦੇ। ਉਹ ਸਭ ਜਿਹੜੇ ਪਰਿਵਾਰ ਇਸ ਟਾਈਮ ਉਹ ਸਾਰਿਆਂ ਨਾਲੋਂ ਵੱਧ ਸਫਰ ਕਰ ਰਹੇ ਆ, ਕਿਉਂਕਿ ਉਹਨਾਂ ਦੇ ਵੈਸੇ ਘਰਾਂ ਦੀ ਮੌਰਗੇਜ ਘੱਟ ਸੀ, ਉਹਨਾਂ ਨੇ ਇਕੁਇਟੀ ਕੱਢ ਕੇ ਆਪਣੇ ਲੋਨ ਵਧਾ ਲਏ। ਬਿਲਕੁਲ, ਉਹਨਾਂ ਦੀ ਹੈਬਿਟ ਬਣੀ ਵੀ ਸੀ ਕਿ ਇੰਨੀ ਕੁ ਪੇਮੈਂਟ, ਸਾਡੀ ਤਾਂ ਪੇਮੈਂਟ ਹੀ ਕੁਛ ਨਹੀਂ, ਅਤੇ ਉਹਨੇ ਪੇਮੈਂਟ ਵਧਾ ਲਈ ਆਟੋਮੈਟਿਕਲੀ। ਪਰ ਜਿਹੜੀ ਉਹ ਏਜ ਹੁੰਦੀ ਹੈਗੀ ਜਾਂ ਉਹ ਕੰਮ ਹੁੰਦਾ, ਉਹ ਆਪਣੀ ਇਨਕਮ ਨਹੀਂ ਵਧਾ ਸਕਦੇ। ਹੁਣ ਵੈਸੇ ਵੀ ਟਰੱਕਾਂ ਦਾ ਕੰਮ ਸਲੋ ਹੈ, ਤੁਸੀਂ ਕਿਤੇ ਹਸਬੈਂਡ ਵਾਈਫ ਦੋਨੋਂ ਜੋਬ ਕਰਦੇ ਹੋ, ਕਿੰਨੇ ਘੰਟੇ ਇਹੋ ਜਿਹਾ ਸੈਗਮੈਂਟ ਕਾਫੀ ਵੱਡਾ, ਕਾਫੀ ਵੱਡਾ ਜੀ। ਅੱਛਾ, ਕਾਫੀ ਵੱਡਾ, ਇਹ ਕਾਫੀ ਹੈਗੇ, ਕਿਉਂਕਿ ਮੈਂ ਤਾਂ ਮੇਰੇ ਹੱਥੀਂ ਹੋਇਆ, ਮੈਂ ਨਹੀਂ ਕਹਿੰਦਾ ਕਿ ਨਹੀਂ ਹੋਇਆ, ਮੇਰੇ ਹੱਥੀਂ ਹੋਇਆ। ਹੁਣ ਉਹ ਮੈਨੂੰ ਫੋਨ ਕਰਕੇ ਕਹਿੰਦੇ ਆ, ਮੈਂ ਉਦੋਂ ਈਵਨ ਉਹਨਾਂ ਨੂੰ ਕਿਹਾ ਵੀ ਕਿ ਜੇ ਤੁਸੀਂ ਮੇਰੀ ਕੁਐਸਚਨ ਹੁੰਦਾ, ਜਿੰਨੇ ਆਪਣੇ ਸੁਣਦੇ ਸੱਜਣ ਨੂੰ ਪਤਾ ਹੋਊਗਾ, ਮੇਰਾ ਕੁਐਸਚਨ ਇਹ ਹੁੰਦਾ ਜਦੋਂ ਮੈਨੂੰ ਕੋਈ ਵੀ ਫਸਟ ਮੌਰਗੇਜ, ਸੈਕਿੰਡ ਮੌਰਗੇਜ ਜਾਂ ਕੁਛ ਵੀ ਲੋਨ ਬਾਰੇ ਫੋਨ ਕਰਦਾ, ਮੈਂ ਕਹਿੰਦਾ ਯੂਜ਼ ਕਿੱਥੇ ਕਰਨੇ ਆ। ਮੈਂ ਪਹਿਲਾਂ ਇਹ ਕੁਐਸਚਨ ਪੁੱਛਦਾ। 2-3 ਡੀਲਾਂ ਮੈਂ ਇਸੇ ਕਰਕੇ ਗਵਾ ਲਈਆਂ ਕਿ ਮੈਂ ਉਹਨਾਂ ਨੂੰ ਬਾਰ-ਬਾਰ ਇਹੀ ਕਹਿੰਦਾ ਰਿਹਾ ਕਿ ਤੁਸੀਂ ਯੂਜ਼ ਕਿੱਥੇ ਕਰਨੇ ਅਤੇ ਕਿਉਂ ਕਰਨਾ, ਕੀ ਲੋੜ ਹੈ। ਉਹਨੇ ਜਾ ਕੇ ਤੋਂ ਹੋਰ ਮੌਰਗੇਜ ਕਰਾ ਲਈ, ਮੈਂ ਇੱਥੋਂ ਮੌਰਗੇਜ ਕਰਾਈ, ਕਹਿੰਦਾ ਸਾਡੀ ਮਰਜ਼ੀ, ਸਾਡੀ ਪ੍ਰੋਪਰਟੀ, ਸਾਡੀ ਮਰਜ਼ੀ। ਪਰ ਸਾਡੀ ਇਹ ਡਿਊਟੀ ਹੁੰਦੀ ਹੈ ਐਜ ਏ ਇੱਕ ਪ੍ਰੋਫੈਸ਼ਨਲ ਐਡਵਾਈਜ਼ਰ ਕਿ ਮੈਂ ਉਹਨਾਂ ਨੂੰ ਇਹ ਚੀਜ਼ ਬਾਰੇ ਵੀ ਗਾਈਡ ਕਰ ਸਕਾਂ ਕਿ ਤੁਸੀਂ ਜਿੱਥੇ ਇਨਵੈਸਟ ਕਰ ਰਹੇ ਹੋ ਪਹਿਲਾਂ ਦੇਖ ਲਓ, ਠੀਕ ਹੈ ਨਾ। ਤੁਸੀਂ ਇਨਵੈਸਟ ਕਰਨਾ, ਮੈਂ ਮੰਨਦਾ, ਕਦੇ ਵੀ ਤੁਸੀਂ ਆਪਣੇ ਕਹਿੰਦੇ ਵੀ ਡੋਂਟ ਪੁੱਟ ਆਲ ਐਗ ਇਨ ਵਨ ਬਾਸਕਟ। ਤੁਸੀਂ ਇਨਵੈਸਟ ਕਰਨੇ ਆ, ਕਰ ਦਿਓ, ਇੱਕ ਤੁਸੀਂ ਨਵੇਂ ਘਰ 'ਚ ਕਰਾ ਦਿਓ, ਇੱਕ ਅੱਧਾ ਉਹ ਜਿਹਾ ਲੈ ਲਓ ਜਿੱਥੋਂ ਇਨਕਮ ਵੀ ਆਈ ਜਾਵੇ ਨਾਲ ਦੀ ਨਾਲ, ਸਮਝੇ ਗੱਲ। ਸੋ ਉਹ ਬੰਦੇ ਇਸ ਟਾਈਮ ਸਾਰਿਆਂ ਨਾਲੋਂ ਵੱਧ ਸਫਰ ਕਰ ਰਹੇ। ਅਤੇ ਫਿਰ ਹੁਣ ਪੰਗਾ ਇਹ ਹੈ ਵੀ ਜਿਹੜੇ ਕਈ ਤਾਂ ਜੋ ਮਰਜ਼ੀ ਜਾਣ, ਜੋ ਇਸ ਵੇਲੇ
ਘਰਾਂ ਦੀ ਕੀਮਤ ਹੈ ਉੱਤੇ ਜੋ ਇੰਟਰਸਟ ਹੋ ਗਿਆ, ਬਿਲਕੁਲ। ਕਿਉਂਕਿ ਇਹਨੂੰ ਤੁਸੀਂ ਰੇਟ ਆਪਾਂ ਕਹਿ ਤਾਂ ਦਿੰਦੇ ਵੀ ਪਹਿਲਾਂ ਜੀ 8% ਸੀ ਜਾਂ ਦੁਨੀਆ ਦੇ ਹੋਰ ਵੀ ਹਿੱਸਿਆਂ 'ਚ ਹੈ। ਮੇਨ ਗੱਲ ਹੈ ਉਹ ਘਰਾਂ ਦੀ ਪ੍ਰਾਈਸ ਕਿੰਨੀ ਕੁ ਹੈ, ਉਹ ਜਿਹੜਾ ਇੰਟਰਸਟ ਹੈ ਕਿਸ ਅਮਾਊਂਟ ਤੇ ਲੱਗ ਰਿਹਾ, ਇਹਦਾ ਫਰਕ ਪੈ ਰਿਹਾ ਨਾ। That's true, yeah, ਤੇ ਹੁਣ ਜਿਹੜੀਆਂ ਪ੍ਰਾਈਸਿਸ ਨੇ ਇਸ ਰੇਟ ਦੇ ਉੱਤੇ ਤੇ ਜੋ ਨਾਲ ਸਾਡੀ ਇਨਕਮ ਹੈ ਐਵਰੇਜ, ਇਹਨਾਂ ਦਾ ਤਿੰਨਾਂ ਦਾ ਕੋਈ ਤਾਲਮੇਲ ਨਹੀਂ ਹੈ। ਨਹੀਂ ਜੀ। ਤੇ ਇਸ ਸਿਚੁਏਸ਼ਨ 'ਚ ਫਿਰ ਪ੍ਰਾਈਸਿਸ ਤੇ ਕੀ ਫਰਕ ਪਊਗਾ ਆਉਣ ਵਾਲੇ ਟਾਈਮ 'ਚ, ਕਿਉਂਕਿ ਇਹ ਤੇ ਸਸਟੇਨੇਬਲ ਨਹੀਂ ਲੱਗਦਾ ਕਿਸੇ ਵੀ ਤਰੀਕੇ ਨਾਲ। ਨਹੀਂ ਜੀ, ਕਿਉਂਕਿ ਦੇਖੋ ਸੁਨੀਲ ਜੀ, ਪਹਿਲਾਂ ਹੁਣ ਸਾਡੇ ਬਹੁਤ ਸਾਰੇ ਸੱਜਣ ਕਹਿਣਗੇ ਜੀ ਉਦੋਂ 18% ਇੰਟਰਸਟ ਸੀਗਾ, ਹੈ ਨਾ। ਫਿਰ ਨਾਲ ਕਹਿੰਦੇ ਆ ਉਦੋਂ ਘਰ ਵੀ ਕਿੰਨੇ ਦਾ ਸੀ ਜੀ, 2 ਲੱਖ ਦਾ, ਪਰ ਇਨਕਮ ਵੀ ਕਿੰਨੀ ਕੁ ਸੀਗੀ ਉਦੋਂ। ਇਨਕਮ ਵੀ ਜਿਵੇਂ ਪਹਿਲਾਂ ਤੁਸੀਂ ਪੜ੍ਹਿਆ ਸੀਗਾ ਕਿ ਜਦੋਂ ਮੈਂ ਦੇਖਦਾ ਪਿੱਛੇ 87 ਦੇ ਵਿੱਚ $4 ਹੁੰਦੀ ਸੀ, ਠੀਕ ਹੈ, ਮੈਂ ਖੁਦ ਕੰਮ ਕਰਦਾ ਰਿਹਾ, ਪਰ $4 ਦੇ ਨਾਲ 18% ਪੇ ਕਰਨਾ। ਪਰ ਉਦੋਂ ਇੱਕੋ ਹੀ ਸੀਗਾ ਕਿ ਕਿੱਥੋਂ ਬਚਾ ਸੀ ਕਿ ਬਾਕੀ ਖਰਚੇ ਨਹੀਂ, ਸਾਡਾ ਸੈੱਲਫੋਨ ਹੈ ਨਹੀਂ ਸੀਗਾ, ਹੈ ਨਾ। ਬਹੁਤ ਬੰਦਿਆਂ ਕੋਲ ਲਾਈਫ ਇੰਸ਼ੋਰੈਂਸ ਹੈ ਨਹੀਂ ਸੀ, RRSP ਉਦੋਂ ਹੁੰਦੀ ਨਹੀਂ ਸੀ, ਬਹੁਤ ਘੱਟ ਸੀਗੀ, ਹੈ ਨਾ। ERSP ਨਹੀਂ ਸੀ ਹੁੰਦੀ, ਕਿਸੇ ਨੂੰ ਪਤਾ ਹੀ ਨਹੀਂ ਸੀ ਇਸ ਗੱਲ ਦਾ। ਘਰੇ ਇਕੱਲਾ ਇੱਕ ਸੈਲਫ ਹੁੰਦਾ ਸੀ, ਘਰੇ ਕੇਬਲ ਹੁੰਦੀ ਸੀ ਬਸ, ਤੇ ਇੱਕ ਘਰੇ ਫੋਨ ਹੁੰਦਾ ਸੀ, ਦੈਟਸ ਇਟ, ਹੋਰ ਕੋਈ ਖਰਚਾ ਨਹੀਂ ਸੀ, ਠੀਕ ਹੈ। ਗੈਸ ਸਸਤੀ ਸੀ, 34 ਸੈਂਟ ਨੂੰ ਹੁੰਦੀ ਸੀ ਗੈਸ। ਸੋ ਪਰ ਹੁਣ ਕੀ ਹੋ ਗਿਆ, ਹੁਣ ਜਿਵੇਂ ਤੁਸੀਂ ਕਹਿੰਦੇ ਹੋਗੇ ਹੁਣ ਡਬਲ ਹੋ ਗਿਆ ਕੰਮ, ਬਾਕੀ ਖਰਚੇ ਵੱਧ ਗਏ। ਹੁਣ ਘਰਾਂ ਦੀਆਂ ਪ੍ਰਾਈਸਾਂ ਜਿਹੜੀਆਂ ਜੀ ਉਹ ਡਰੋਪ ਹੋ ਰਹੀਆਂ, ਹਾਲੇ ਹੋਰ ਹੋਣਗੀਆਂ, ਇਹ ਕੋਈ ਸ਼ੱਕ ਨਹੀਂ ਇਹ 'ਚ ਹਾਲੇ ਹੋਰ ਹੋਣਗੀਆਂ। ਕਿਉਂਕਿ ਤੁਹਾਨੂੰ ਦੱਸੀ ਜਾਣਾ ਕਿ ਇਹ ਜੇ ਤੁਸੀਂ ਐਕਚੁਅਲੀ ਕਲੀਅਰ ਪਿਕਚਰ ਹੈ ਨਾ, ਅਗਲੇ ਸਾਲ ਅਕਤੂਬਰ ਤੱਕ ਕਲੀਅਰ ਹੋਊਗੀ, ਐਤਕੀ ਨਹੀਂ ਹੋਣੀ। ਹਾਲੇ ਐਤਕੀ ਸਾਰਾ ਕੁਛ ਚੱਲ ਰਿਹਾ ਉਵੇਂ ਜਿਵੇਂ ਤੁਹਾਨੂੰ ਦੱਸਿਆ ਵੀ ਸੇਵਿੰਗ ਯੂਜ਼ ਕਰਕੇ ਕੁਛ ਵੀ ਹੈ। ਬਹੁਤ ਸਾਰੇ ਪ੍ਰੋਜੈਕਟ ਹੈ ਜੀ, ਨਵੇਂ ਪ੍ਰੋਜੈਕਟ ਜਿਹੜੇ ਇਸ ਟਾਈਮ ਆ ਰਹੇ ਹੈ, ਜਿਹੜੇ ਕਿ ਕਲੋਜ਼ ਹੋਣੇ ਹਾਲੇ। ਔਰ ਬਹੁਤ ਸਾਰੇ ਵੱਡੇ ਰੀਅਲਟਰ ਆਪਣਾ ਬਿਲਡਰ ਹੈ ਜਿਨ੍ਹਾਂ ਦੇ ਮੈਂ ਨਾਂ ਹੀ ਲੈਂਦਾ, ਅਤੇ ਉਹਨਾਂ ਨੇ ਆਪਣੇ ਪ੍ਰੋਜੈਕਟ ਕੈਂਸਲ ਕਰਤੇ ਜਿਹੜੇ ਅਗਲੇ ਨਵੇਂ ਬਣਨੇ ਸੀ। ਹੁਣ ਮੈਂ ਉਹੀ ਸੋਚਦਾ ਹੁੰਦਾ ਕਿ ਕੀ ਉਹ ਇੱਕ ਰੀਅਲਟਰ ਨੂੰ ਪਤਾ ਹੈ ਘਰੇ ਬੈਠੇ ਨੂੰ, ਬਰੈਂਪਟਨ 'ਚ ਇੱਕ ਰੀਅਲਟਰ ਬੈਠਾ, ਉਹ ਕਹਿੰਦਾ ਜੀ 4 ਲੱਖ ਬੰਦਾ ਆ ਰਿਹਾ ਹੈ ਨਾ, ਅਤੇ ਇੱਕ ਐਡਾ ਵੱਡਾ ਬਿਲਡਰ ਹੈ ਉਹਨੂੰ ਪਤਾ ਨਹੀਂ ਵੀ 4 ਲੱਖ ਬੰਦਾ ਆ ਰਿਹਾ, ਉਹ ਕਹਿੰਦਾ ਮੈਨੂੰ ਪ੍ਰੋਜੈਕਟ ਕੈਂਸਲ ਕਰਨੇ ਪੈਣੇ ਆ ਕਿਉਂਕਿ ਮੇਰੇ ਪ੍ਰੋਜੈਕਟ ਕਲੋਜ਼, ਉਹ ਇਹ ਨਹੀਂ ਕਿ ਉਹ ਕਹਿੰਦੇ ਜਿਹੜੇ ਮੇਰੇ ਬਣੇ ਵੇ ਉਹ ਕਲੋਜ਼ ਨਹੀਂ ਹੋ ਰਹੇ ਇਸ ਵੇਲੇ। ਕਲੋਜ਼ ਕਰਨ ਦੀ ਸਾਰਿਆਂ ਨਾਲੋਂ ਵੱਡੀ ਪ੍ਰੋਬਲਮ ਹੈ। ਵੱਡੀ ਪ੍ਰੋਬਲਮ ਇਹ ਨਹੀਂ ਕਿ ਤੁਸੀਂ ਘਰ ਲੈ ਲਿਆ ਨਹੀਂ ਲੈ ਲਿਆ, ਇਸ ਟਾਈਮ ਕਲੋਜ਼ਿੰਗ ਦੀ ਪ੍ਰੋਬਲਮ ਆ ਰਹੀ ਹੈ। ਕਲੋਜ਼ਿੰਗ 'ਤੇ ਕਿਉਂ ਆ ਰਹੀ ਹੈ? ਕਿਉਂਕਿ ਉਹ ਕਈ ਘਰਾਂ ਦੀ ਅਪਰੇਜ਼ਲ ਨਹੀਂ ਆ ਰਹੀ, ਲੱਖ ਡਾਲਰ ਅਪਰੇਜ਼ਲ ਘੱਟ ਆ ਰਹੀ ਹੈ। ਸੋ ਇਸ ਕਰਕੇ ਉਹਨਾਂ ਨੇ ਆਪਦੇ ਪ੍ਰੋਜੈਕਟ ਜਿਹੜੇ ਕੈਂਸਲ ਕਰਤੇ। ਚਾਈਨਾ ਨੇ 2 ਵਾਰ ਆਪਣਾ ਇੰਟਰਸਟ ਰੇਟ ਘਟਾਇਆ ਜੀ, ਜਦੋਂ ਕਿ ਸਾਰੀ ਦੁਨੀਆ 'ਚ ਇੰਟਰਸਟ ਰੇਟ ਵੱਧ ਰਿਹਾ ਹੈ। 2 ਵੱਡੀਆਂ ਕੰਪਨੀਆਂ ਉੱਥੋਂ ਦੀਆਂ ਰੀਅਲ estate ਦੀਆਂ, ਉਹਨਾਂ ਦੇ ਬਹੁਤ ਵੱਡੇ ਪ੍ਰੋਜੈਕਟ ਆਪਣੇ ontario ਤੇ BC ਦੇ ਵਿੱਚ, ਉਹ ਬੈਂਕਆਊਟ ਹੋ ਗਈਆਂ ਜੀ। ਇਹ ਸਾਰੀ ਸਿਚੁਏਸ਼ਨ ਕਰਕੇ ਕਿਉਂਕਿ ਉਹੀ ਗੱਲ ਹੋ ਗਈ ਕਿ ਹੁਣ ਤੁਸੀਂ ਰੈਂਟ 'ਤੇ ਘਰ ਦੇ ਕੇ ਵੀ ਅਫੋਰਡ ਨਹੀਂ ਕਰ ਸਕਦੇ। ਹੁਣ ਆਉਣ ਵਾਲੇ ਟਾਈਮ ਦੇ ਵਿੱਚ ਰੈਂਟ 'ਤੇ ਫਰਕ ਪਊਗਾ, ਕਿਉਂਕਿ ਉਹਦੀ ਵਜ੍ਹਾ ਇਹ ਹੈਗੀ ਕਿ ਹੁਣ ਪਹਿਲਾਂ ਸੀਗਾ ਬੰਦੇ ਦੀ ਕਿੰਨੀ ਪੇਮੈਂਟ ਸੀ, ਸਾਰੀ $2800 ਪੇਮੈਂਟ ਹੁੰਦੀ ਸੀ, 3000 ਨੂੰ 3300 ਨੂੰ ਘਰ ਕਿਰਾਏ 'ਤੇ ਚੜ੍ਹ ਜਾਂਦਾ ਸੀਗਾ ਬੇਸਮੈਂਟ ਤੋਂ ਬਿਨਾਂ। ਹੁਣ ਨਵੇਂ ਘਰ ਜਿਹੜੇ ਬਣ ਰਹੇ ਆ, ਤੁਸੀਂ ਸਾਲ ਬੇਸਮੈਂਟ ਨਹੀਂ ਬਣਾ ਸਕਦੇ, ਸਾਈਡ ਰੈਂਟਸ ਕੱਢੀ ਵੀ ਹੈ ਠੀਕ ਹੈ, ਪਰ ਸਾਲ ਤੁਸੀਂ ਬੇਸਮੈਂਟ ਨਹੀਂ ਬਣਾ ਸਕਦੇ। ਹੁਣ ਉਹ ਘਰ ਦੀ ਪੇਮੈਂਟ ਕਿੰਨੀ ਆਉਣੀ ਹੈ? $6300 $6300 ਪਰ ਮੰਥ, ਅਤੇ ਤੁਸੀਂ ਉਹ ਰੈਂਟ 'ਤੇ ਲਾਤਾ 4000 ਨੂੰ। ਹੁਣ 4000 ਨੂੰ ਮਹੀਨਾ ਨਹੀਂ ਚੜ੍ਹਿਆ, ਤੁਸੀਂ ਵੇਟ ਕਰਦੇ ਰਹੇ, ਅਗਲੇ ਮਹੀਨੇ ਤੁਸੀਂ 3500 ਨੂੰ ਕਰੋਗੇ। ਜੇ 3500 ਨੂੰ ਵੀ ਚੜ੍ਹਦਾ ਨਹੀਂ, 3 ਮਹੀਨੇ ਤੁਸੀਂ 6300 ਤੋਂ ਪੇ ਕਰਨ, ਤੁਹਾਡੀ ਕੋਈ ਹਿੰਮਤ ਹੈ ਨਹੀਂ ਗੀ। ਹਰ ਕੇ ਤੁਸੀਂ ਕਹਿਣਾ ਚੰਗਾ 3 ਨੂੰ ਚੜ੍ਹਾ ਦਿਓ ਭਾਈ, ਜਿੰਨੇ ਨੂੰ ਚੜ੍ਹਦਾ ਹੈ। ਹੁਣ ਬਹੁਤ ਸਾਰੇ ਸੱਜਣ ਹੈ ਜਿਨ੍ਹਾਂ ਨੇ ਘਰ ਉਦੋਂ ਕਾਹਲੀ 'ਚ 2500 ਨੂੰ ਚੜ੍ਹਾਤੇ, ਉਦੋਂ ਕੋਈ ਪੇਮੈਂਟ ਘੱਟ ਸੀਗੀ, ਹੁਣ ਉਹ ਪੇਮੈਂਟ ਹਾਈ ਹੋ ਗਈ। ਹੁਣ ਉਹਨੇ ਜਾ ਕੇ ਜਿਹੜਾ ਟੈਨੈਂਟ ਬੈਠਾ ਹੈਗਾ ਉਹਨੂੰ ਕਹਿੰਦੇ ਵੀ ਅਸੀਂ ਬੇਸਮੈਂਟ ਬਣਾਉਣੀ, ਉਹ ਕਹਿੰਦਾ ਨਹੀਂ ਮੈਂ ਤਾਂ ਪੂਰਾ ਘਰ ਕਿਰਾਏ 'ਤੇ ਲਿਆ ਹੋਇਆ। ਅੱਛਾ। ਅਤੇ ਉਹ ਕਹਿੰਦੇ ਫਿਰ ਮੂਵ ਹੋ ਜਾ, ਕਹਿੰਦਾ ਕਿਉਂ ਮੂਵ ਹੋ ਜਾ? ਮੈਨੂੰ ਕਿਸੇ ਫੋਨ ਆਇਆ, ਕਹਿੰਦਾ ਜੀ ਉਹ ਮੈਨੂੰ ਐਂ ਕਰਕੇ ਮੇਰੇ ਘਰ 'ਚ ਬੈਠਾ ਅਤੇ ਮੂਵ ਨਹੀਂ, ਮੈਂ ਰੈਂਟ ਦਿੰਦਾ, ਕਹਿੰਦਾ ਹਾਂ ਮੈਂ ਸ਼ੁਕਰ ਹੈ, ਜੇ ਨਹੀਂ ਰੈਂਟ ਦਾ ਫਿਰ ਮੂਵ ਫਿਰ ਵੀ ਨਹੀਂ ਕਰ ਸਕਦਾ, ਜੇ ਰੈਂਟ ਦੇਣੋਂ ਵੀ ਹਟ ਜੇ। ਹੁਣ 2-2 ਸਾਲ ਦੀ ਵੇਟ ਆਈ ਜੇ ਤੁਸੀਂ ਕੱਢਣਾ ਟੈਨੈਂਟ ਨੂੰ। ਸੋ ਇਸ ਕਰਕੇ ਸਿਚੁਏਸ਼ਨ ਦੇ ਵਿੱਚ ਕਾਫੀ, ਮੈਂ ਤਾਂ ਇਹੀ ਕਹਿੰਦਾ ਜਿਹੜੇ ਕੋਈ ਸਿਆਣੇ ਸਿਟੀਜ਼ਨ ਹੈ, ਜੇ ਕੋਈ ਬੈਠਾ ਉਹਨੂੰ ਬੈਠਾ ਰਹਿਣ ਦਿਓ, ਜੇ ਤੁਹਾਨੂੰ ਰੈਂਟ ਦਿੰਦਾ ਚੁੱਪ ਕਰਕੇ ਲਈ ਜਾਓ, ਬੜਾ ਰੌਲਾ ਨਾ ਪਾਓ। ਸੋ ਇਸ ਕਰਕੇ ਇਹ ਚੀਜ਼ ਨੂੰ ਇੱਧਰ ਨੂੰ ਵੀ ਜਾਊਗਾ ਕਾਫੀ ਰੌਲਾ। ਤਾਂ ਤੁਸੀਂ ਜਦੋਂ ਫਿਰ ਸਿਚੁਏਸ਼ਨ ਖਰਾਬ ਹੋਣ ਲੱਗਦੀ ਫਿਰ ਸਾਰੇ ਪਾਸਿਓਂ ਹੁੰਦੀ ਹੈ, ਫਿਰ ਸਾਰੇ ਪਾਸਿਓਂ ਘਿਰਦੀ ਹੈ ਸਿਚੁਏਸ਼ਨ। ਪਰ ਉਹਦੇ 'ਚ ਸਮਾਰਟ ਇਹੀ ਹੁੰਦਾ ਉਸ ਟਾਈਮ, ਪੈਨਿਕ ਨਹੀਂ ਹੋਣਾ ਚਾਹੀਦਾ, ਸਿਚੁਏਸ਼ਨ ਨੂੰ ਅੰਡਰਸਟੈਂਡ ਕਰਕੇ। ਤਾਂ ਜਿਵੇਂ ਹੁਣ ਮੈਂ ਆਪਾਂ ਕਾਰ ਦੀ ਗੱਲ ਕੀਤੀ ਸੀ ਕਿ ਕਾਰ ਸੈੱਲ ਕਰ ਦਿਓ, ਠੀਕ ਹੈ, ਕਾਰ 'ਤੇ ਬਚਦਾ ਕੁਛ ਨਹੀਂ, ਕਾਰ 'ਚੋਂ ਸੈੱਲ ਕਰਕੇ। ਉਹ ਮੈਸੇਜ ਵੀ ਆ ਮੇਰੇ ਕੋਲ ਵੀ ਕਾਰ ਵੇਚ ਕੇ ਕੀ ਕਰਾਂਗੇ, ਸਾਰੇ ਤਾਂ ਲੋਨ ਨੇ। ਹਾਂ, ਪਰ ਐਟਲੀਸਟ ਲੋਨ ਦੀ ਪੇਮੈਂਟ ਤਾਂ ਹਟ ਜੂਗੀ ਨਾ। $1000 ਪੇਮੈਂਟ ਬਚਦੀ ਹੈ ਤੁਹਾਨੂੰ, 500 ਇੰਸ਼ੋਰੈਂਸ, ਇੱਕ ਕਾਰ ਤੇ 1000 ਬਚ ਜਾਂਦਾ, 1000 ਬਚ ਜਾਈ ਤੁਹਾਨੂੰ, 500 ਇੰਸ਼ੋਰੈਂਸ ਹੋ ਗਈ ਅਤੇ 500 ਦੀ ਪੇਮੈਂਟ ਜਾਂਦੀ ਹੈ। ਜੇ ਐਟਲੀਸਟ ਲੋਨ ਵੀ ਹੈਗਾ ਤੁਹਾਨੂੰ ਲੋਨ ਨੂੰ ਵੀ ਕਾਰ ਹਟਾ ਦਿਓ। ਮੈਂ ਕਾਰ ਵੇਚਣ ਵਾਸਤੇ ਇਹੀ ਕਰਕੇ ਕਿਹਾ, ਇਸ ਕਰਕੇ ਨਹੀਂ ਕਿ ਫ੍ਰੀ ਕਾਰ ਵੇਚ ਦਿਓ, ਜੇ ਤੁਹਾਡੇ ਕੋਲ ਖੜੀ ਹੈ ਕਾਰ ਉਹ ਵੇਚ ਦਿਓ। ਜਿਹੜੀ ਕਾਰ ਦੇ ਉੱਤੇ ਲੋਨ ਹੈ ਤੁਹਾਡੇ ਕੋਲ ਨਹੀਂ ਲੋੜ ਤੁਹਾਨੂੰ ਇਸ ਟਾਈਮ। ਮੈਂ ਇੱਕ ਕੰਪਨੀ 'ਚ ਆਪਾਂ ਨਾਂ ਹੀ ਲੈਂਦੇ, ਉਹਨਾਂ ਨੇ ਟਰੱਕ ਸੀਗੇ ਉਹਨਾਂ ਕੋਲ, ਤਾਂ ਕਿਸੇ ਟਾਈਮ ਉਹ 1200, ਪਿਛਲੇ ਸਾਲ ਦਸੰਬਰ ਦੇ ਵਿੱਚ ਮੈਂ ਉਹਨੂੰ ਫੋਨ ਕੀਤਾ, ਉਹ ਕਹਿੰਦੇ $1200 ਮਹੀਨੇ 'ਤੇ ਸੀ, ਜੇ ਲੈਣਾ ਲੀਜ਼ 'ਤੇ ਦੇਵਾਂਗੇ। ਹੁਣ ਉਹ 600 ਨੂੰ ਆ ਗਏ ਜੀ,
ਕਿਉਂਕਿ ਉਹ ਕਹਿੰਦਾ ਇੰਨੇ ਕੈਂਸਲ ਹੋ ਗਏ, ਸਾਡਾ ਯਾਰਡ ਭਰਿਆ ਖੜਾ ਹੈ, ਲਾਟ ਸਾਡਾ ਭਰਿਆ ਖੜਾ ਹੈ, ਲੋਕਾਂ ਨੇ ਕੈਂਸਲ ਕਰਤੇ ਕਿਉਂਕਿ ਜਿਨ੍ਹਾਂ ਨੇ ਪਿਕ ਕਰਨੇ ਸੀ। ਸੋ ਉਹ ਕਿਉਂ ਕਰਤੇ ਕੈਂਸਲ? ਕਿਉਂਕਿ ਉਹਨੇ ਆਪਣੇ ਆਪ ਨੂੰ ਮੈਨੇਜ ਕਰਨਾ ਸ਼ੁਰੂ ਕਰ ਲਿਆ, ਹੌਲੀ ਹੌਲੀ ਆਪਣੇ ਆਪ ਨੂੰ ਉਸ ਸਿਚੁਏਸ਼ਨ 'ਚ ਲਿਆਉਣਾ ਸ਼ੁਰੂ ਕਰ ਲਿਆ ਕਿ ਨਹੀਂ। ਸਮਝਦਾਰੀ ਹੈ ਕਿ ਜਿਹੜੇ ਦਿਖਾਵੇ ਵਾਲੇ ਖਰਚੇ ਨੇ, ਬਿਲਕੁਲ ਜੀ, ਉਹਨਾਂ ਨੂੰ ਘਟਾਓ, ਦਿਖਾਵੇ ਵਾਲੇ ਖਰਚੇ ਘਟਾਉਣੇ ਚਾਹੀਦੇ, ਉਹਨਾਂ ਨੂੰ ਘਟਾਓ ਜੀ, ਉਹਨਾਂ ਨੂੰ ਘਟਾ ਲਓ, ਤੁਸੀਂ ਠੀਕ ਰਹੋਗੇ। ਐਡੀ ਕੋਈ ਖਾਸ ਗੱਲ ਨਹੀਂ ਗੀ, ਐਡਾ ਕੋਈ ਇਹ ਨਹੀਂ ਕਿ ਖਤਮ ਹੋ ਜੂ ਸਾਰਾ ਕੁਛ, ਕਿਤੇ ਨਹੀਂ ਜਾਣ ਲੱਗਿਆ, ਇੱਥੇ ਹੀ ਰੋਣਾ। ਇਹ ਪਹਿਲਾਂ ਵੀ ਹੋਇਆ ਸੀ, ਫਿਰ ਵੀ ਹੋਊਗਾ, ਗਾਹਾਂ ਆਪਣੀ ਲਾਈਫ ਦੇ ਵਿੱਚ 2-3 ਵਾਰੀ ਹੋਰ ਹੋਣਾ ਹਲੇ। ਇਹ ਨਹੀਂ ਕਿ ਲਾਸਟ ਹੈ, ਕਿ ਲਾਸਟ ਰਿਸੈਸ਼ਨ ਆ ਗਏ ਅਤੇ ਇਹ ਤੋਂ ਬਾਅਦ ਆਉਣਾ ਨਹੀਂ ਗਾ, ਆਉਣਗੇ ਹਰ 10 ਸਾਲ ਬਾਅਦ। ਅੱਗੇ ਹੁੰਦਾ ਸੀ, ਐਤਕੀ ਥੋੜ੍ਹਾ ਲੰਬਾ ਲੈ ਗਏ ਇਹ। ਅੱਗੇ ਜੇ ਪਿੱਛੇ ਜਾ ਕੇ ਦੇਖੋ ਤਾਂ 69 'ਚ ਵੀ ਆਇਆ ਸੀ, 79 'ਚ ਵੀ ਆਇਆ ਸੀ, 89 'ਚ ਵੀ ਆਇਆ ਸੀਗਾ ਰਿਸੈਸ਼ਨ, 9 'ਚ ਵੀ ਆਉਣਾ ਸੀਗਾ, 8 ਦੇ ਵਿੱਚ ਥੋੜ੍ਹਾ ਸਲੋ ਹੋਇਆ, ਸਾਡਾ ਕੰਮ ਚੱਲ ਗਿਆ। ਪਰ ਹੁਣ ਉਹ 20 ਸਾਲ ਦਾ ਲੰਬਾ ਹੋਣ ਕਰਕੇ ਹੁਣ ਥੋੜ੍ਹਾ ਇੰਪੈਕਟ ਉਹਦਾ ਵੱਧ ਹੋਊਗਾ। ਪਲੱਸ ਇਸ ਟਾਈਮ ਕੀ ਹੈ ਕਿ ਅਸੀਂ ਘਰਾਂ ਦੇ ਨਾਲ ਨਾਲ ਬਾਕੀ ਖਰਚੇ ਵਧਾ ਲਏ। ਇੱਕ ਆਪਣਾ ਲਿਖ ਰਹੇ ਨੇ ਜੀ, ਮੈਂ ਆਪਣਾ ਕਹਿੰਦੇ ਜੀ ਜੇ ਅਸੀਂ ਦਾਰੂ ਦਾ ਖਰਚਾ ਘਟਾ ਦਈਏ, ਦਾਰੂ ਦਾ ਨਹੀਂ ਘਟਣਾ ਬਾਕੀ। ਜਿੰਨੀ ਦਾਰੂ ਵਿਕੇ ਜੀ ਉਹਨਾਂ ਫਰੂਟ ਵਿਕੇ ਜੀ, ਤਾਂ ਗੱਲਾਂ ਹੀ ਗਿਆ ਹੈ ਨਾ। ਪਰ ਦੇਖੋ ਆਪਾਂ ਆਪਣੀ ਹਰ ਇੱਕ ਦੀ ਚੋਇਸ, ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਤੂੰ ਕੀ ਕਰਨਾ, ਪੀਣੀ ਨਹੀਂ ਪੀਣੀ, ਆਪਦੀ ਮਰਜ਼ੀ ਹੈ। ਪਰ ਨੈਚੁਰਲੀ ਜੇ ਖਰਚਾ ਘਟਾ ਸਕਦੇ ਤਾਂ ਘਟਾ ਲਓ, ਕੋਈ ਮਾੜੀ ਗੱਲ ਨਹੀਂ ਗੀ ਕਿਸੇ ਪਾਸੋਂ, ਜਿੱਥੋਂ ਵੀ ਕਰਦਾ। ਪਰ ਫੂਡ 'ਚ ਕੱਟ ਨਾ ਕਰੋ। ਬਹੁਤ ਸਾਰੇ ਇਸ ਟਾਈਮ ਹੈ ਜੀ, ਮੈਂ ਗਰੋਸਰੀ ਸਟੋਰਾਂ ਦੇ ਓਨਰਾਂ ਨਾਲ ਗੱਲ ਕਰਦਾ, ਉਹ ਕਹਿੰਦੇ ਜੇ ਸਾਰਿਆਂ ਨਾਲੋਂ ਵੱਧ ਕੱਟ ਹੋ ਰਿਹਾ ਤਾਂ ਫੂਡ ਕੱਟ ਹੋ ਰਿਹਾ। ਅੱਛਾ, ਹਾਂਜੀ, ਸਾਰਿਆਂ ਨਾਲੋਂ ਵੱਧ। ਕਹਿੰਦੇ ਜਿਹੜਾ $100 ਦੀ ਗਰੋਸਰੀ ਲੈ ਜਾਂਦਾ ਸੀਗਾ ਉਹ 50 'ਤੇ ਆ ਗਿਆ। ਕਹਿੰਦੇ $50 ਦੀ ਗਰੋਸਰੀ ਲੈ ਕੇ ਜਾਂਦੇ, ਕਹਿੰਦੇ ਸਾਡੀ ਗਰੋਸਰੀ ਉਨੀ ਨਹੀਂ ਵਿਕ ਰਹੀ। ਕਿਉਂਕਿ ਇਸ ਕਰਕੇ, ਕਿਉਂਕਿ ਆਪਣੇ ਕੋਲ ਸਾਰਿਆਂ ਨਾਲੋਂ ਵੱਡੀ ਮੈਜਰਮੈਂਟ ਇਹੀ ਹੁੰਦੀ ਹੈ ਕਿ ਚਲੋ ਫੂਡ ਘਟਾ ਲਓ, ਹੋਰ ਕੀ ਹੈ, ਫਿਰ ਆਹ ਨਾ ਕਰਾਂਗੇ। ਅੱਗੇ ਸੀਗਾ ਇੱਕ ਦੂਜੇ ਨੰਬਰ 'ਤੇ ਇਹ ਵੀ ਹੈਗੀ ਸ਼ਮੀਲ ਜੀ ਕਿ ਪਹਿਲਾਂ ਫੂਡ ਵੇਸਟ ਵੀ ਬਹੁਤ ਹੋ ਰਿਹਾ ਸੀ, ਹੁਣ ਥੋੜ੍ਹੀ ਵੇਸਟੇਜ ਵੀ ਘਟੀ ਹੈ ਫੂਡ ਦੀ। ਆਪਣਾ ਭੁੱਲਰ ਜੀ, ਸਾਰੀ ਗੱਲ ਨੂੰ ਹੁਣ ਤੱਕ ਮੈਂ ਸਮਝਾਂ ਵੀ ਇਹਨੂੰ ਕਨਕਲੂਡ ਕਰਨਾ ਹੋਵੇ ਕਿ ਇੱਕ ਤਾਂ ਇਹੀ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਨਵਾਂ ਪੰਗਾ ਲੈਣ ਦਾ ਹੀ ਟਾਈਮ ਨਹੀਂ ਹੈ, ਬਿਲਕੁਲ ਵੀ ਨਹੀਂ ਜੀ, ਬਿਲਕੁਲ ਨਹੀਂ। ਜਿਹੜੇ ਉਹ ਅਜੇ ਵੀ ਗੱਲਾਂ 'ਚ ਆ ਕੇ ਨਹੀਂ ਕਿਸੇ ਦੀਆਂ ਵੀ ਨਵੇਂ ਇਨਵੈਸਟਮੈਂਟ ਕਰ ਸਕਦੇ ਨੇ ਜਾਂ ਹੋਰ। ਬਿਲਕੁਲ ਜੀ। ਮੈਨੂੰ ਕੱਲ੍ਹ ਇੱਕ ਸ਼ਮੀਲ ਜੀ ਫੋਨ ਆਇਆ, ਬੰਦਾ ਕਹਿੰਦਾ ਜੀ ਮੈਂ ਘਰ ਲੈਣ ਸੋਚ ਰਿਹਾ ਇਨਵੈਸਟਮੈਂਟ ਵਾਸਤੇ। ਮੈਂ ਕਿਹਾ ਜੀ ਇਨਵੈਸਟਮੈਂਟ ਦਾ ਟਾਈਮ ਹੈ ਨਹੀਂ ਗਾ। ਕਹਿੰਦਾ ਜੀ ਮੈਂ ਕਿਤੇ ਬਾਹਰ ਕੈਲਗਰੀ ਘਰ ਲੈਣਾ ਚਾਹੁੰਦਾ ਜਾ ਕੇ ਉੱਥੇ, ਅਤੇ ਉੱਥੇ ਮਾਰਕੀਟ ਬਹੁਤ ਬੂਮ ਹੈ। ਮੈਂ ਕਿਹਾ ਜੀ ਉੱਥੇ ਵੀ ਅਪਰਚੁਨਿਟੀ ਥੋੜ੍ਹੀ ਘੱਟ ਹੈ ਇੱਥੇ ਨਾਲੋਂ। ਉਹ ਕਹਿੰਦਾ ਜੀ ਉਹ ਵੀ ਨਹੀਂ, ਉਹ ਗੱਲ ਨੂੰ ਛੱਡੋ ਤੁਸੀਂ, ਮੈਂ ਤਾਂ ਘਰ ਲੈਣਾ ਹੀ ਲੈਣਾ ਹੈ ਨਾ। ਉਹ ਬੰਦੇ ਤੁਸੀਂ ਰੋਕ ਨਹੀਂ ਸਕਦੇ, ਉਹਨੂੰ ਤੁਸੀਂ ਉਹਨੂੰ ਕੰਟਰੋਲ ਕਰਨਾ ਤੁਹਾਡੇ ਵਾਸ ਦੀ ਗੱਲ ਨਹੀਂ, ਕਿਉਂਕਿ ਉਹਨੂੰ ਕਿਸੇ ਨੇ ਇੰਨਾ ਕੁ ਪੱਕਾ ਕੀਤਾ ਹੋਇਆ ਹੈ। ਉਹ ਕਹਿੰਦਾ ਜੀ ਬਸ ਉੱਥੇ ਘਰ ਮਿਲ ਰਿਹਾ ਅਤੇ ਇਹ ਵੀ ਥੋੜ੍ਹਾ ਚਿਰ ਹੀ ਹੈ। ਬਿਲਕੁਲ ਗੱਲ ਥੋੜ੍ਹੀ ਸਹੀ ਹੈ, ਥੋੜ੍ਹਾ ਚਿਰ ਹੀ ਹੈ। ਗੇਮ ਕਿੱਧਰ ਨੂੰ ਜਾਊਗੀ ਤੁਹਾਨੂੰ ਇਹ ਨਹੀਂ ਪਤਾ, ਅੱਗੇ ਪਤਾ ਹੀ ਨਹੀਂ ਹੈ, ਅੱਗੇ ਗੇਮ ਨਹੀਂ ਪਤਾ ਕਿੱਧਰ ਨੂੰ ਜਾਊਗੀ, ਹੈ ਥੋੜ੍ਹਾ ਚਿਰ ਹੀ। ਹੁਣ ਰਿਜ਼ਲਟ ਕਈ ਕਹਿੰਦੇ ਸੀ ਅੱਗੇ ਦੇਖੋ ਜੀ ਟਾਈਮ ਕਿੱਦਾਂ ਦਾ ਆਉਣਾ, ਸੱਚੇ ਉਹ ਵੀ ਸੀਗੇ ਕਿ ਟਾਈਮ ਪਰ ਉਹਨੂੰ ਆਹ ਨਹੀਂ ਸੀ ਪਤਾ ਵੀ ਆਹ ਟਾਈਮ ਆ ਜਾਊਗਾ, ਉਹਨਾਂ ਨੂੰ ਇਹ ਸੀ ਵੀ ਦੂਜਾ ਪਾਸਾ ਆ ਜਾਊਗਾ। ਬਿਲਕੁਲ ਇਸ ਕਰਕੇ ਤੁਸੀਂ ਜੇ ਤੁਸੀਂ ਕਰਨਾ ਹੁਣ ਇਸ ਟਾਈਮ ਜਿਹੜਾ ਆਹ ਟਾਈਮ ਹੈ ਜਿਹੜਾ, ਇੱਕ ਤਾਂ ਨਵਾਂ ਪੰਗਾ ਨਾ ਲਓ, ਆਪਣੇ ਆਪ ਨੂੰ ਮੈਨੇਜ ਕਰੋ, ਆਪਣੇ ਆਪ ਨੂੰ ਮੈਨੇਜ ਕਰੋ, ਪਲਾਨ ਬਣਾਓ, ਸਾਡੇ ਕੋਲ ਆਓ। ਮੈਨੂੰ ਹੁਣ ਇੱਕ ਸੱਜਣ ਮੈਨੂੰ ਫੋਨ ਆਏਗਾ ਤੁਸੀਂ ਕੀ ਕਰ ਦੋਗੇ ਹੈ ਨਾ, ਕਿਉਂਕਿ ਸਾਨੂੰ ਹਰ ਇੱਕ ਡਿਫਰੈਂਟ ਸਿਚੁਏਸ਼ਨਾਂ ਦਾ ਪਤਾ ਹੈ। ਸਾਡੇ ਕੋਲ ਡਿਫਰੈਂਟ ਤਰ੍ਹਾਂ ਦੇ ਲੋਕ ਆਉਂਦੇ ਆ, ਉਹਨਾਂ 'ਚ ਸਰਵਾਈਵਲ ਵੀ ਹੁੰਦੇ ਆ। ਉਹ ਸਰਵਾਈਵਲ ਦੀ ਆਪਾਂ ਜਿਹੜੀ ਐਗਜ਼ਾਮਪਲ ਲੈ ਕੇ ਹੀ ਅੱਗੇ ਜਾ ਕੇ ਕਰ ਸਕਦੇ ਹਾਂ। ਆਪਾਂ ਪਿਛਲੀਆਂ ਐਗਜ਼ਾਮਪਲਾਂ, ਪਿਛਲੇ ਇਤਿਹਾਸ ਕਿਉਂ ਪੜ੍ਹਦੇ ਹਾਂ, ਆਪਾਂ ਉਹ ਤੋਂ ਐਗਜ਼ਾਮਪਲਾਂ ਲੈ ਕੇ ਹੀ ਅੱਗੇ ਜਾ ਕੇ ਆਪਾਂ ਉਸ ਚੀਜ਼ ਨੂੰ ਸਰਵ ਕਰ ਸਕਦੇ ਹਾਂ। ਸੋ ਜਦੋਂ ਸਾਡੇ ਕੋਲ ਆਉਂਦੇ ਆ, ਸਾਡੇ ਕੋਲ ਡਿਫਰੈਂਟ ਲੋਕ ਆਉਂਦੇ ਆ, ਸਾਨੂੰ ਤੁਹਾਡੇ ਵਰਗੀ ਸਿਚੁਏਸ਼ਨ ਦਾ, ਜਿਹੜੀ ਤੁਹਾਡੀ ਸਿਚੁਏਸ਼ਨ ਮੈਨੂੰ ਆ ਕੇ ਦੱਸੋਗੇ, ਉਹਦੇ ਨਾਲ ਦੇ ਮੇਰੇ ਕੋਲ 10 ਪਹਿਲਾਂ ਆ ਕੇ ਗਏ ਆ, ਜਿਨ੍ਹਾਂ 'ਚੋਂ 9 ਨੂੰ ਮੈਂ ਸੇਵ ਕੀਤਾ ਜਾਂ 10 ਨੂੰ ਵੀ ਕਰ ਲਿਆ ਜਾਂ 8 ਨੂੰ ਕਰ ਲਿਆ। ਸੋ 8 ਦੇ ਵਿੱਚ ਤੁਸੀਂ ਵੀ ਹੋ ਸਕਦੇ ਹੋ। ਸੋ ਇਸ ਕਰਕੇ ਇਹ ਚੀਜ਼ ਕਰੋ, ਔਰ ਬਾਕੀ ਹੈ ਜਿਹੜੇ ਆਪਣੇ ਖਰਚੇ ਘੱਟ ਕਰਕੇ ਆਪਣੇ ਆਪ ਨੂੰ ਮੈਨੇਜ ਕਰਕੇ, ਓਨਾ ਕੁ ਚਿਰ ਥੋੜ੍ਹਾ ਟਾਈਮ ਹੀ ਹੁੰਦਾ ਹੈ। ਜੇ ਤੁਸੀਂ ਕਹੋ ਵੀ ਸਾਰੀ ਉਮਰ ਐਂ ਚੱਲੂਗਾ, ਪਰ ਜੇ ਤੁਸੀਂ ਕਹੋ ਕਿ 6 ਮਹੀਨਿਆਂ ਨੂੰ ਇੰਟਰਸਟ ਘੱਟ ਜਾਣਗੇ ਤਾਂ ਆਮ ਨੋਰਮਲ ਹੋ ਜੂ, ਉਹ ਵੀ ਨਹੀਂ ਹੋਣਾ ਹਾਲੇ, ਉਹਨੂੰ ਵੀ ਟਾਈਮ ਲੱਗੂਗਾ ਹੈ ਨਾ। ਪਰ ਹਮੇਸ਼ਾ ਵਾਸਤੇ ਜੇ ਤੁਸੀਂ ਸੇਵ ਕਰਨਾ ਤੁਸੀਂ ਕਰ ਸਕਦੇ ਹੋ, ਅਸੀਂ ਤੁਹਾਨੂੰ ਸਿਰਫ ਦੱਸ ਸਕਦੇ ਹਾਂ। ਐਂਡ ਆਫ ਦ ਜਿਹੜਾ ਸਾਰਾ ਕਰਨਾ ਹੈ, ਕਿਉਂਕਿ ਜ਼ਖਮ ਆਪਣੇ ਆਪ ਨੂੰ ਆਪ ਹੀ ਹੀਲ ਕਰਦਾ ਹੁੰਦਾ। ਜਦੋਂ ਆਪਾਂ ਬੈਂਡੇ ਲਾ ਦਿੰਦੇ, ਆਪਾਂ ਕਹਿੰਦੇ ਬੈਂਡੇ ਲਾ ਦਿਓ, ਹੁਣ ਇਹਨੂੰ ਠੀਕ ਹੋ ਲੈਣ ਦਿਓ। ਉਹ ਚੀਜ਼ ਸੇਮ ਸਾਡੀ ਲਾਈਫ ਦੇ ਵਿੱਚ ਵੀ ਹੁੰਦੀ ਹੈ। ਅਸੀਂ ਜਦੋਂ ਕਰਨਾ, ਤੁਹਾਨੂੰ ਅਸੀਂ ਆਈਡੀਆ ਦੱਸ ਦਿਆਂਗੇ, ਉਹਨੂੰ ਜਾ ਕੇ ਇੰਪਲੀਮੈਂਟ ਤੁਸੀਂ ਆਪ ਕਰਨਾ ਹੈ, ਉਹਨੂੰ ਮੈਂ ਨਹੀਂ ਕਰਕੇ ਦੇਣਾ। ਜੇ ਤੁਸੀਂ ਆਪ ਕਰ ਲਓਗੇ ਤਾਂ ਤੁਸੀਂ ਸਰਵਾਈਵਲ ਹੋ। ਬੇਸਿਕ ਇੱਕ ਗੱਲ ਇਹ ਵੀ ਹੈ ਕਿ ਜੇ ਤੁਸੀਂ ਬਹੁਤਾ ਸਾਡੇ ਫੈਸਲੇ ਗਰੀਡ ਬੇਸਡ ਨਾ ਹੋਣ, ਸਮਝਦਾਰੀ ਨਾਲ ਹੋਣ ਅਤੇ ਥੋੜ੍ਹਾ ਸਬਰ ਨਾਲ ਲਏ ਹੋਣ, ਫਿਰ ਵੀ ਇੰਨੀ ਮੁਸੀਬਤ ਨਹੀਂ ਪੈਂਦੀ। ਬਹੁਤ ਵਧੀਆ ਗੱਲ ਕੀਤੀ ਤੁਸੀਂ। ਮੈਂ ਹਮੇਸ਼ਾ ਹੀ ਕਹਿਣਾ ਹੁੰਦਾ, ਪੇਸ਼ੈਂਸ ਇਜ਼ ਮਸਟ, ਪੇਸ਼ੈਂਸ ਇਜ਼ ਕੀ ਆਫ ਸਕਸੈਸ ਹੈ ਨਾ। ਪੇਸ਼ੈਂਸੀ ਨਾਲ ਕਦੇ ਵੀ ਤੁਸੀਂ ਸ਼ਾਰਟਕੱਟ ਨਾ ਵਰਤੋ, ਸਬਰ ਸੰਤੋਖ ਨਾਲ ਚੱਲੋ, ਕਿਸੇ ਵੱਲ ਦੇਖ ਕੇ, ਦੂਜੇ ਵੱਲ ਦੇਖ ਕੇ ਆਪਣਾ ਝੱਗਾ ਝਾੜ ਨਾ ਕਰੋ। ਉਹਦੀ ਸਿਚੁਏਸ਼ਨ ਪਹਿਲਾਂ ਵੀ ਦੱਸਿਆ ਆਪਾਂ, ਡਿਫਰੈਂਟ ਹੁੰਦੀ ਹੈ ਹਰ ਇੱਕ ਦੀ। ਹੁਣ ਸਪੋਜ਼ ਕਰ ਲਓ ਕਿਸੇ ਹੁਣ ਬੱਚਾ, ਮੈਨੂੰ ਕੋਈ ਸੱਜਣ ਮਿਲਣ ਆਏ, 3 ਘਰ ਬੁੱਕ ਕਰਾਏ ਹੋਏ ਉਹਨਾਂ ਦੇ, ਅਤੇ ਹੁਣ ਉਹ ਮੈਨੂੰ ਕਹਿੰਦਾ ਜੀ ਸੈਕਿੰਡ ਮੌਰਗੇਜ ਦਵਾਓ ਸਾਨੂੰ, ਕਿਸੇ ਵੀ ਹਿਸਾਬ ਨਾਲ ਕਿ ਮਰਜ਼ੀ ਕਰੋ। ਘਰ ਵੀ ਆਲਰੇਡੀ ਉਹਨਾਂ ਨੇ ਰੀਫਾਈਨੈਂਸ ਕਰਾਇਆ ਹੋਇਆ ਹੈ। ਪੈਸੇ ਕਿਉਂ ਚਾਹੀਦੇ ਜੀ? ਬੇਟੀ ਯੂਨੀਵਰਸਿਟੀ ਜਾ ਰਹੀ ਹੈ,
ਮੈਂ ਕਿਹਾ ਵੀ ਇਹ ਤੁਹਾਡਾ ਬਹੁਤ ਵੱਡਾ ਗੋਲ ਸੀ, ਤੁਸੀਂ ਇਹਦੇ ਵੱਲ ਧਿਆਨ ਨਹੀਂ ਦਿੱਤਾ। ਕਹਿੰਦੇ ਭਾਜੀ ਕੀ ਕਰੀਏ, ਇਸ ਨੂੰ ਧਿਆਨ ਕੀ ਦਈਏ। ਕਹਿੰਦੇ ਆਈਸੇ ਤਾਂ ਕੀਤਾ ਸੀ, ਕਹਿੰਦੇ ਸਾਨੂੰ ਰਿਜ਼ਲਟ ਕਹਿੰਦਾ ਉਹ ਤੱਕ ਬਣਦਾ ਆਪਾਂ ਵੇਚ ਦੇਣਾ ਅਤੇ ਤੁਹਾਨੂੰ $2 ਲੱਖ ਨਿਕਲ, ਨਾਲੇ ਬੇਟੀ ਪੜ੍ਹਾ ਲਿਓ, ਨਾਲੇ ਇੱਕ ਹੋਰ ਬੁੱਕ ਕਰਾ ਦੇਵਾਂਗੇ। ਸੋ ਇਹ ਚੀਜ਼ਾਂ ਇੰਨਾ ਇਹ ਜਿਹੀ ਐਂ ਸੋਚ ਕੇ ਨਾ ਲਓ ਤੁਸੀਂ ਕਿ ਹੋ ਜਾਊਗਾ, ਫਿਊਚਰ ਹੈ, ਫਿਊਚਰ ਨੋਬਡੀ ਨੋ, ਫਿਊਚਰ 'ਚ ਕੀ ਪਤਾ ਕੀ ਹੋਣਾ ਹੈ, ਸਮਝੇਗਾ। ਨੈਕਸਟ ਲਾਈਟ 'ਤੇ ਕੀ ਹੋਣਾ ਕਿਸੇ ਨੂੰ ਪਤਾ ਨਹੀਂ, ਨੈਕਸਟ ਸਾਲ ਨਾਲ ਕੀ ਹੋਣਾ ਸਾਨੂੰ ਕੁਛ ਨਹੀਂ ਪਤਾ। ਸੋ ਇਸ ਕਰਕੇ ਉਹ ਚੀਜ਼ਾਂ ਨੂੰ ਤੁਸੀਂ ਹਰ ਇੱਕ ਦੀ ਡਿਫਰੈਂਟ ਸਿਚੁਏਸ਼ਨ ਹੈ। ਜੇ ਹੁਣ ਮੈਂ ਕਹਾਂ ਮੇਰੀ ਡਿਫਰੈਂਟ ਸਿਚੁਏਸ਼ਨ ਹੈ, ਠੀਕ ਹੈ, ਇੱਕ ਦੇ ਬੱਚੇ ਪੜ੍ਹ ਗਏ ਅੱਜ ਜੋਬ ਕਰ ਰਹੇ ਉਹ ਫਰੀ ਹੈ, ਉਹ ਲੈ ਲੈ ਰਿਸਕ, ਕੋਈ ਫਰਕ ਨਹੀਂ ਪੈਂਦਾ, ਜੇ ਕਰ ਲਿਆ ਨਹੀਂ ਤਾਂ ਨਾ ਸਹੀ। ਇੱਕ ਦੇ ਬੱਚੇ ਅੱਜ ਹਲੇ ਛੋਟੇ ਹੈਗੇ, ਉਹਨੂੰ ਉਹਦੀ ਡਿਫਰੈਂਟ ਸਿਚੁਏਸ਼ਨ ਹੈ, ਉਹਨੂੰ ਮਨੀ ਨਹੀਂ ਚਾਹੀਦੀ, ਉਹਨੂੰ ਟਾਈਮ ਚਾਹੀਦਾ, ਉਹਨੇ ਬੱਚਿਆਂ ਨੂੰ ਟਾਈਮ ਦੇਣਾ, ਉਹਦੀ ਡਿਫਰੈਂਟ ਸਿਚੁਏਸ਼ਨ ਹੈ। ਸੋ ਇਸ ਕਰਕੇ ਤੁਸੀਂ ਆਪਣੇ ਆਪ ਨੂੰ ਮੈਨੇਜ ਕਰੋ। ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਕੈਲਕੂਲੇਸ਼ਨ ਅਤੇ ਪਲੈਨਿੰਗ ਤੁਹਾਡੀ ਆਪਣੀ ਹੈ ਕਿ ਮੇਰਾ ਫਿਊਚਰ ਕਿੱਦਾਂ ਦਾ ਹੋਊਗਾ। ਦੇਖਾ ਦੇਖੀ ਨੇ ਵੀ ਅਸਲ 'ਚ ਬਹੁਤ ਨੁਕਸਾਨ ਕੀਤਾ, ਬਾਹਲਾ ਹੋਏ ਦੇਖਾ ਦੇਖੀ ਚਾਹੀਦੀ। ਔਰ ਜਿਹੜਾ ਤੁਹਾਨੂੰ ਵੱਡੇ ਘਰਾਂ ਦੀ ਜਿਹੜੀ ਦੌੜ ਲੱਗ ਗਈ ਨਾ, ਹੁਣ ਤੇ ਅੱਜ ਦੀ ਤਰੀਕ 'ਤੇ ਉਹ ਘਰ ਹੁਣ ਅਫੋਰਡ ਹੀ ਨਹੀਂ ਕਰ ਸਕਦਾ, ਕੋਈ ਲੈ ਹੀ ਨਹੀਂ ਸਕਦਾ ਜੇ ਕਿਸੇ ਨੇ ਹੁਣ ਲੈਣੇ ਹੋਣ ਆ ਕੇ। ਬਿਲਕੁਲ ਜੀ, ਪਹਿਲਾਂ ਤਾਂ ਕਲੋਜ਼ ਨਹੀਂ ਹੁੰਦੇ ਜੀ, ਪਹਿਲਾਂ ਤਾਂ ਕਲੋਜ਼ਿੰਗ ਨਹੀਂ ਹੋ ਰਹੀ, ਕਲੋਜ਼ਿੰਗ ਤੋਂ ਬਾਅਦ ਫਿਰ ਅਫੋਰਡ ਨਹੀਂ ਹੋ ਰਿਹਾ। ਉਹ ਅਫੋਰਡ ਕਰਨਾ ਕਿਹੜਾ ਸੌਖਾ ਹੈ। ਇੱਕ ਘਰ ਜਿਹੜਾ ਵੱਡਾ ਹੁਣ ਅੱਜ ਇੱਕ 1.6 ਦਾ ਘਰ ਬੁੱਕ ਕਰਾਇਆ ਹੋ ਤੁਸੀਂ, ਜੇ ਉਹ 'ਚ $4 ਲੱਖ ਡਾਊਨ ਵੀ ਪਾ ਦਿੰਦੇ ਹੋ, 12 ਲੱਖ ਬਣ ਜਾਂਦਾ, ਠੀਕ ਹੈ ਜੀ। ਅਤੇ $636 ਅੱਜ 1 ਲੱਖ ਦੀ ਪੇਮੈਂਟ ਬਣਦੀ ਹੈ। ਅਤੇ ਹੁਣ ਤੁਸੀਂ ਕੈਲਕੂਲੇਸ਼ਨ ਸਾਰਾ ਕੁਝ ਫੋਨ ਦੇ ਵਿੱਚ ਹੈਗੀ ਹੀ ਹੈ, ਸਾਰਿਆਂ ਕਰ ਵੀ ਲਏ ਹੁਣ ਗੱਲ ਸੁਣਦੀ ਹੈ ਨਾ। ਅਤੇ ਉਹਦੀ $8-9 ਹਜ਼ਾਰ ਤਾਂ ਪੇਮੈਂਟ ਬਣਦੀ ਹੈ, ਅਤੇ $1000 ਪ੍ਰੋਪਰਟੀ ਟੈਕਸ ਲਾ ਲਓ ਉਹਦਾ। ਸੋ ਤੁਹਾਨੂੰ $12,000 ਚਾਹੀਦਾ ਘਰ 'ਚ ਰਹਿਣ ਵਾਸਤੇ। ਅਤੇ ਦੋਨੇ ਹਸਬੈਂਡ ਵਾਈਫ ਜੇ 12 ਕਮਾਉਂਦੇ ਹੋ ਹੈ ਨਾ, ਫਿਰ ਵੀ ਤੁਸੀਂ ਪੂਅਰ ਹੋ। ਜਦੋਂ ਕਿ ਪਹਿਲਾਂ ਤੁਸੀਂ ਹਸਬੈਂਡ ਵਾਈਫ 12 ਕਮਾਉਂਦੇ ਸੀ ਨਾ, ਅਤੇ ਤੁਸੀਂ ਗੱਲਾਂ ਕਰਦੇ ਹੁੰਦੇ ਸੀ ਕਿ ਫਲਾਣਾ ਯਾਰ 12 ਕਮਾ ਰਿਹਾ, ਦੋਨੇ 8000 ਉਹ ਕਮਾਉਂਦੇ, 4 ਉਹਦੀ ਵਾਈਫ ਕਮਾਉਂਦੀ, ਕਿਆ ਨਜ਼ਾਰਾ ਹੈਗਾ। ਅੱਜ 12 ਕਮਾ ਕੇ ਵੀ ਤੁਸੀਂ ਪੂਅਰ ਹੋ। ਤੁਸੀਂ 1.6 ਦੇ ਘਰ ਦੇ ਵਿੱਚ ਕਿ ਗਰੀਬੜੇ ਜਿਹੇ ਲੋਕ ਰਹਿ ਰਹੇ ਹੋ, ਜਿਨ੍ਹਾਂ ਤੋਂ ਅਫੋਰਡ ਨਹੀਂ ਹੋ ਰਿਹਾ। ਕੀ ਫਾਇਦਾ ਸੀਗਾ, ਹੈ ਨਾ। ਅਤੇ ਕਿੱਥੇ ਇੱਕ ਬੰਦਾ ਟਾਊਨ ਹਾਊਸ 'ਚ ਬੈਠਾ ਹੈ ਅਤੇ ਉਹ ਟੌਰ ਨਾਲ ਬੈਠਾ, ਸੋਡਰ ਨੂੰ ਬੈਟਰ ਹੈ, ਮੂਹਰੇ ਮਸਜਿਦ ਵੀ ਖੜਾ ਹੈਗਾ, ਹੈ ਨਾ। ਸੋ ਇਸ ਕਰਕੇ ਉਹ ਚੀਜ਼ ਨੇ ਅੱਜ ਸਿਨੈਰੀਓ ਚੇਂਜ ਕਰਤਾ। ਪੁਰਾਣੇ ਟਾਈਮਾਂ ਦੇ ਵਿੱਚ ਉਹ ਕਹਿੰਦੇ ਵੀ 60 ਕਿੱਲਿਆਂ ਦੇ ਵੀ ਪਜਾਮੇ ਦੇ ਟਾਕੀ ਲੱਗੀ ਹੁੰਦੀ ਸੀ ਅਤੇ 6 ਕਿੱਲਿਆਂ ਦੀ ਲੱਗੀ ਹੁੰਦੀ ਸੀ। ਹੁਣ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡਾ ਕਿੱਲਾ GT ਰੋਡ ਲੱਗਦਾ, ਪਿੱਛੇ ਹਟਮਾ, ਕਿਉਂਕਿ ਉਹੀ ਤੁਸੀਂ ਆਪਣੇ ਆਪ ਨੂੰ ਚੇਂਜ ਕਰ ਲਿਆ। ਦੇਖੋ ਦੇਖੀ ਹੁਣ ਤੁਸੀਂ ਉਹ ਗੱਲਾਂ ਦੇ ਵਿੱਚ ਪੈ ਕੇ ਖਾਮ ਖਾਈ ਘਰ ਬੁੱਕ ਕਰਾ ਲਏ ਕਿਸੇ ਗੱਲ ਸੁਣ ਕੇ। ਸੋ ਚਲੋ ਜੇ ਹੁਣ ਹੋ ਗਿਆ, ਐਡੀ ਕੋਈ ਖਾਸ ਗੱਲ ਨਹੀਂ। ਜੇ ਤੁਹਾਡੀ 12,000 ਇਨਕਮ ਹੈਗੀ ਹੈ ਅਤੇ 12 ਤੁਹਾਡੀ ਪੇਮੈਂਟ ਜਾ ਰਹੀ ਹੈ, ਉਹਨੂੰ ਕੰਟਰੋਲ ਕਰ ਲਓ। ਥੋੜ੍ਹਾ ਚਿਰ ਠੀਕ ਹੋ ਜਾਓਗੇ ਤੁਸੀਂ, ਉਹਨੇ 'ਚ ਤੁਸੀਂ ਆਪਣੇ ਆਪ ਨੂੰ ਮੈਨੇਜ ਕਰ ਲਓਗੇ, ਤੁਸੀਂ ਦੁਬਾਰਾ ਉਸ ਸਿਚੁਏਸ਼ਨ 'ਚ ਆ ਜਾਓਗੇ। ਪਰ ਅਸੀਂ ਕੀ ਹੁੰਦਾ, ਅਸੀਂ ਪੈਨਿਕ ਹੋਏ ਨੇ, ਅਸੀਂ ਗੱਲਾਂ 'ਚ ਵੀ ਬਹੁਤ ਛੇਤੀ ਆਉਂਦੇ ਹਾਂ, ਅਸੀਂ ਪੈਨਿਕ ਵੀ ਬਹੁਤ ਛੇਤੀ ਹੁੰਦੇ ਹਾਂ। ਦੋਨੇ ਪਾਸੇ ਨੂੰ ਇਮੋਸ਼ਨਲ ਰਿਐਕਸ਼ਨ ਹੈ। ਬਿਲਕੁਲ ਜੀ, ਜਾਂ ਤੇ ਦੌੜ 'ਚ ਸ਼ਾਮਲ ਹੋਣ ਲਈ ਵੀ ਇਮੋਸ਼ਨਲ ਹੋ ਕੇ ਸ਼ਾਮਲ ਹੋਏ, ਅਤੇ ਦੂਜੇ ਪਾਸੇ ਫਿਰ ਇਮੋਸ਼ਨਲ ਹੋ ਕੇ ਪੈਨਿਕ ਹੋ ਗਈ, ਫਿਰ ਪੈਨਿਕ ਵੀ ਇਮੋਸ਼ਨਲ ਹੋ ਕੇ ਹੋਏ, ਹੈ ਨਾ। ਫਿਰ ਵੀ ਅਸੀਂ ਉਸ ਨੂੰ ਭੱਜ ਲੈ ਕੇ ਹੁਣ ਛੇਤੀ ਦੀ ਵੇਚ ਦਈਏ, ਹੁਣ ਕਿਵੇਂ ਨਿਕਲ ਜਾਈਏ ਇੱਥੋਂ। ਜਾਂ ਹੁਣ ਕਈ ਵਾਰੀ ਹੁਣ ਇੱਕ ਸੱਜਣ ਦਾ ਮੈਨੂੰ ਕੱਲ੍ਹ ਫੋਨ ਆਇਆ, ਉਹ ਕਹਿੰਦਾ ਜੀ ਮੈਂ 1.1 ਦਾ ਘਰ ਲਿਆ ਸੀਗਾ, ਫਸਟ ਟਾਈਮ ਹੋਮ ਬਾਇਰ ਹੈ, 10% ਡਾਊਨ ਦਿੱਤਾ ਸੀਗਾ, ਅਤੇ ਉਦੋਂ ਦਿੱਤਾ 10% ਦੇ ਕੇ 10% ਸੈਕਿੰਡ ਮੌਰਗੇਜ ਲੈ ਲਈ। ਅੱਜ ਘਰ ਮਿਲੀਅਨ ਦਾ ਰਹਿ ਗਿਆ, ਅਤੇ ਜਿਹੜਾ ਸੈਕਿੰਡ ਮੌਰਗੇਜ ਉਹ ਕਹਿੰਦਾ ਮੇਰੇ ਪੈਸੇ ਵਾਪਸ ਕਰ। ਉਹ ਕਹਿੰਦਾ ਮੈਂ ਹੁਣ ਕੀ ਕਰਾਂ, ਮੈਂ ਛੱਡਦੇ ਹਾਂ। ਮੈਂ ਕਿਹਾ ਛੱਡੇਗਾ ਤੇਰੇ ਜਿਹੜੇ ਤੂੰ ਦਿੱਤੇ ਲੱਖ ਉਹ ਵੀ ਜਾਂਦਾ ਤੇਰਾ। ਸੋ ਉਸ ਸਿਚੁਏਸ਼ਨ ਦੇ ਵਿੱਚ ਇਹ ਨਾ ਸੋਚੋ ਮੈਂ ਛੱਡ ਦਿਆਂ, ਇਹ ਸੋਚੋ ਕਿ ਇਹਨੂੰ ਮੈਨੇਜ ਕਿਵੇਂ ਕਰਨਾ। ਜੇ ਮੈਨੇਜ ਕਰ ਲਓਗੇ ਹੋ ਜਾਊਗਾ, ਐਡੀ ਕੋਈ ਖਾਸ ਗੱਲ ਨਹੀਂ ਹੁੰਦੀ ਕਿ ਮੈਨੇਜ ਨਹੀਂ ਹੋਣਾ, ਹੋ ਜਾਂਦਾ ਹੈ। ਸਿਰਫ ਸਾਨੂੰ ਉਸ ਟਾਈਮ ਇੱਕ ਲਾਈਟ ਦੀ ਲੋੜ ਹੁੰਦੀ ਹੈ, ਇੱਕ ਬੂਸਟ ਦੀ ਲੋੜ ਹੁੰਦੀ ਹੈ। ਜੇ ਤੁਹਾਨੂੰ ਕੋਈ ਬੂਸਟ ਦੇ ਦਿੰਦਾ, ਮੇਰੇ ਕੋਲ ਆ ਜਾਓ, ਮੈਂ ਤੁਹਾਨੂੰ ਦੱਸ ਦੂੰ, ਐਡੀ ਕੋਈ ਖਾਸ ਗੱਲ। ਥੋੜ੍ਹਾ ਜਿਹਾ ਤੁਹਾਨੂੰ ਬੂਸਟ ਦੇ ਦਿਓ ਕੋਈ, ਮੈਂ ਹੁਣ ਜਿਵੇਂ ਆਪਾਂ ਆਹੀ ਗੱਲ ਲਾਸਟ 'ਤੇ ਕਹੀ ਹੈ ਕਿ ਮੈਨੇਜ ਹੋ ਜਾਊਗਾ, ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪੈ ਜਾਂਦਾ ਕਿ ਨਹੀਂ ਯਾਰ ਹੋ ਜਾਊਗਾ। ਮੈਨੂੰ ਮੈਸੇਜ ਜ਼ਿਆਦਾ ਆਉਣੇ ਸ਼ੁਰੂ ਹੋ ਜਾਣੇ, ਤੁਸੀਂ ਨੰਬਰ ਆਪੇ ਦੱਸ ਜਾਓ। ਬਿਲਕੁਲ ਜੀ, ਮੈਨੂੰ ਜੇ ਤੁਸੀਂ ਮਿਲਣਾ ਚਾਹੁੰਦੇ ਹੋ, ਕਾਲ ਕਰਨੀ ਚਾਹੁੰਦੇ ਹੋ, ਤਾਂ ਮੇਰਾ ਕੈਨੇਡੀਅਨ ਨੋਰਿੰਡਾ 'ਤੇ ਆਫਿਸ ਹੈਗਾ, ਅਤੇ 4167322611 416-732-2611। ਮੈਂ ਲਾਸਟ ਟਾਈਮ ਜਦੋਂ ਆਇਆ ਸੀ ਆਪਾਂ ਫੋਨ ਨਹੀਂ ਬੋਲਿਆ ਸੀ, ਮੈਨੂੰ ਬਾਅਦ 'ਚ ਬਹੁਤ ਮੈਸੇਜ ਆਏ ਕਿ ਭਾਈ ਤੁਸੀਂ ਫੋਨ ਕਿਉਂ ਨਹੀਂ ਬੋਲਿਆ, ਸਾਨੂੰ ਫੋਨ ਚਾਹੀਦਾ ਸੀ, ਮਸਾਂ ਲੱਭਿਆ ਸੀ ਤੁਹਾਡਾ ਫੋਨ। ਸੋ ਮੈਂ ਦੁਬਾਰਾ ਫਿਰ ਦੱਸ ਦਿੰਦਾ ਜੀ, 4167322611 416-732-2611। ਸ਼ੁਕਰੀਆ ਜੀ, ਥੈਂਕ ਯੂ।